हेलो स्टूडेंट्स, वेलकम टू नैक्सट क्लास। बेटा अपना टॉपिक जो चल रहा सी यूनिट नंबर 7 चल रहा सीगा। ਉਹਦੇ ਵਿੱਚ ਆਪਣੇ ਲਾਸਟ ਟੌਪਿਕ ਸੀ ਉਹ ਡਿਊਲ ਨੇਚਰ ਆਫ ਐਲੀਮੈਂਟ ਪੜ੍ਹੇ ਸੀ ਆਪਣੇ, ਡਿਊਲ ਨੇਚਰ ਆਫ ਰੇਡੀਏਸ਼ਨ ਸੌਰੀ, ਠੀਕ ਹੈ। ਤਾਂ ਆਪਾਂ ਅੱਜ ਉਸ ਨੂੰ ਕੰਟੀਨਿਊ ਕਰਾਂਗੇ। ਲਾਸਟ ਟੌਪਿਕ ਆਪਣੇ ਫੋਟੋ ਇਲੈਕਟ੍ਰਿਕ ਸੈੱਲ ਪੜ੍ਹਿਆ ਸੀਗਾ। ਅੱਜ ਆਪਣਾ ਟੌਪਿਕ ਹੈ ਡਿਊਲ ਨੇਚਰ ਆਫ ਰੇਡੀਏਸ਼ਨ। ਤਾਂ ਡਿਊਲ ਨੇਚਰ ਦਾ ਕੀ ਮਤਲਬ ਹੈ? ਡਿਊਲ ਮੀਨਸ ਡਬਲ, ਦੋ ਤਰ੍ਹਾਂ ਦੀ ਨੇਚਰ ਜੋ ਰੇਡੀਏਸ਼ਨ ਹੈ। ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਲਾਈਟ ਜਿਹੜਾ ਹੈਗਾ ਇੱਕ ਪਾਰਟੀਕਲ ਦੀ ਤਰ੍ਹਾਂ ਬਿਹੇਵ ਕਰਦੀ ਹੈ ਜਾਂ ਰੇਡੀਏਸ਼ਨ ਦੀ ਤਰ੍ਹਾਂ ਬਿਹੇਵ ਕਰਦੀ ਹੈ। ਇੱਥੇ ਹਾਲੇ ਵੀ ਕੰਟਰੋਵਰਸੀ ਹੈ। ਤਾਂ ਅਸੀਂ ਇਹ ਮੰਨ ਕੇ ਚੱਲਦੇ ਕਿ ਲਾਈਟ ਦੇ ਦੋਨੇ ਹੀ ਬਿਹੇਵੀਅਰ ਨੇ, ਪਾਰਟੀਕਲ ਬਿਹੇਵੀਅਰ ਵੀ ਹੈ ਅਤੇ ਰੇਡੀਏਸ਼ਨ ਜਾਂ ਵੇਵ ਬਿਹੇਵੀਅਰ ਵੀ ਹੈਗਾ ਉਹਦਾ। ਤਾਂ ਇਸ ਚੀਜ਼ ਨੂੰ ਆਪਾਂ ਪੜ੍ਹਾਂਗੇ ਡਿਊਲ ਨੇਚਰ ਆਫ ਰੇਡੀਏਸ਼ਨ। ਦਾ ਫਿਨੋਮੀਨਾ ਲਾਈਕ ਇੰਟਰਫੇਰੈਂਸ, ਡਿਫਰੈਕਸ਼ਨ, ਪੋਲਰਾਈਜੇਸ਼ਨ ਆਫ ਲਾਈਟ ਵਰ explained successfully by considering the radiation is of wave nature। ਕਿ ਕੁਝ ਫਿਨੋਮੀਨਾਜ਼ ਨੇ ਜਿਹੜੇ ਲਾਈਟ ਦੇ, ਉਹ ਅਸੀਂ ਇਹ ਮੰਨ ਕੇ ਐਕਸਪਲੇਨ ਕਰ ਪਾਉਂਦੇ ਹਾਂ ਕਿ ਲਾਈਟ ਜਿਹੜੀ ਹੈਗੀ ਹੈ ਵੇਵ ਹੈ। ਜਿਵੇਂ ਕਿ ਇੰਟਰਫੇਰੈਂਸ ਹੈ, ਡਿਫਰੈਕਸ਼ਨ ਹੈ, ਪੋਲਰਾਈਜੇਸ਼ਨ ਹੈ, ਆਪਾਂ ਉਹਨੂੰ ਵੇਵ ਮੰਨਿਆ ਸੀ। ਯਾਦ ਕਰੋ ਸੁਪਰਪੋਜੀਸ਼ਨ ਆਫ ਆਪਣੇ ਵੇਵਸ ਪੜ੍ਹਿਆ ਸੀਗਾ ਉਹਦੇ ਵਿੱਚ। ਔਨ ਦਾ ਅਦਰ ਹੈਂਡ ਕੁਝ ਫਿਨੋਮੀਨਾਜ਼ ਨੇ ਲਾਈਕ ਫੋਟੋ ਇਲੈਕਟ੍ਰਿਕ ਇਫੈਕਟ, ਕ੍ਰੋਮਪਟਨ ਇਫੈਕਟ ਕੁਡ ਬੀ ਐਕਸਪਲੇਨਡ ਔਨ ਦਾ ਬੇਸਿਸ ਆਫ ਕੁਆਂਟਮ ਨੇਚਰ ਆਫ ਰੇਡੀਏਸ਼ਨ। ਤਾਂ ਇਹਨਾਂ ਨੂੰ ਐਕਸਪਲੇਨ ਕਰਨ ਵਾਸਤੇ ਸਾਨੂੰ ਕੁਆਂਟਮ ਨੇਚਰ, ਕੁਆਂਟਮ ਮੀਨਸ ਕਿ ਜਿਹੜਾ ਰੇਡੀਏਸ਼ਨ ਇਜ਼ ਆਫ ਪਾਰਟੀਕਲ ਨੇਚਰ, ਵੀ ਰੇਡੀਏਸ਼ਨ ਜਿਹੜੀਆਂ ਆ ਰਹੀਆਂ ਨੇ ਉਹਦੀ ਪਾਰਟੀਕਲ ਨੇਚਰ ਹੈ, ਵੇਵ ਨਹੀਂ ਹੈਗੀ। ਫੋਰ ਐਗਜ਼ਾਮਪਲ ਇਨ ਫੋਟੋ ਇਲੈਕਟ੍ਰਿਕ ਇਫੈਕਟ ਵੈਨ ਏ ਸਿੰਗਲ ਇਲੈਕਟ੍ਰੋਨ ਆਫ ਰੇਡੀਏਸ਼ਨ ਆਫ ਸਫੀਸ਼ੈਂਟ ਐਨਰਜੀ ਸਟ੍ਰਾਈਕ ਔਨ ਏ ਮੈਟਲ ਸਰਫੇਸ ਇਟ ਗਿਵ ਅਪ all its energy to single electron in an atom and electron is knocked out of the metal। ਜਿਵੇਂ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਜਦੋਂ ਲਾਈਟ ਪੈਂਦੀ ਹੈ ਤਾਂ ਉਹਦੇ ਵਿੱਚ ਜਿਹੜੇ ਜਿਹਦੇ ਕੋਲ ਸਫੀਸ਼ੀਐਂਟ ਐਨਰਜੀ ਹੋਵੇ, ਠੀਕ ਹੈ, ਇੱਕ ਫੋਟੋਨ ਹੁੰਦਾ ਜਿਹੜੀ ਲਾਈਟ ਦੇ ਕੋਲ ਐਨਰਜੀ ਇਨ ਦਾ ਫੋਰਮ ਆਫ ਫੋਟੋਨ ਹੁੰਦੀ ਹੈ। ਜਦੋਂ ਇੱਕ ਸਫੀਸ਼ੀਐਂਟ ਐਨਰਜੀ ਵਾਲਾ ਫੋਟੋਨ ਕਿਸੇ ਮੈਟਲ ਸਰਫੇਸ 'ਤੇ ਪੈਂਦਾ ਹੈ ਤਾਂ ਉਹਨੂੰ ਇੱਕੋ ਹੀ ਇਲੈਕਟ੍ਰੋਨ ਅਬਜ਼ੋਰਬ ਕਰਦਾ ਹੈ। ਇਹ ਨਹੀਂ ਕਿ ਇੱਕ ਫੋਟੋਨ ਜਿਹੜਾ ਵੰਡਿਆ ਜਾਂਦਾ ਹੈ, ਇੱਕ ਇਲੈਕਟ੍ਰੋਨ ਇੱਕ ਫੋਟੋਨ ਨੂੰ ਅਬਜ਼ੋਰਬ ਕਰ ਲੈਂਦਾ ਅਤੇ ਮੈਟਲ ਦੇ ਸਰਫੇਸ ਤੋਂ ਇਲੈਕਟ੍ਰੋਨ ਬਾਹਰ ਨਿਕਲ ਜਾਂਦਾ ਹੈ। ਦਾ ਅਮਿਟਡ ਇਲੈਕਟ੍ਰੋਨ ਕੈਰੀਜ਼ ਪਾਰਟ ਆਫ ਦਾ ਐਨਰਜੀ ਆਫ ਦਾ ਇੰਸੀਡੈਂਟ ਫੋਟੋਨ। ਤਾਂ ਜਿਹੜੀ ਇਲੈਕਟ੍ਰੋਨ ਬਾਹਰ ਨਿਕਲਦਾ ਉਹਦੇ ਕੋਲ ਕਿਹੜੀ ਐਨਰਜੀ ਹੁੰਦੀ ਹੈ? ਫੋਟੋਨ ਦੀ ਐਨਰਜੀ ਹੁੰਦੀ ਹੈ। In Compton effect, when X-ray photon is incident on a metal of light element like aluminum, the free electron of the metal recoil along the definite direction with some energy depending upon the direction along which the incident photon is scattered। ਤਾਂ Compton effect ਦੇ ਵਿੱਚ ਕੀ ਹੁੰਦਾ ਹੈ ਕਿ X-rays ਜਿਹੜੀਆਂ ਰੇਜ਼ ਨੇ, X-rays, ਠੀਕ ਹੈ, ਉਹਦੇ ਕੋਲ ਵੀ ਐਨਰਜੀ ਇਨ ਦਾ ਫੋਰਮ ਆਫ ਫੋਟੋਨ ਹੈ। ਉਹ ਕਿਸੇ ਲਾਈਟ ਮੈਟਲ ਦੇ ਉੱਪਰ ਜਿਹਦਾ ਮਾਸ ਘੱਟ ਹੈ, ਜਿਵੇਂ ਐਲੂਮੀਨੀਅਮ ਹੈ, ਉਹਨਾਂ ਦੇ ਉੱਪਰ ਪੈਂਦੀ ਹੈ। ਤਾਂ ਜਿਹੜੇ ਫਰੀ ਇਲੈਕਟ੍ਰੋਨ ਮੈਟਲ ਦੇ ਵਿੱਚ ਹੁੰਦੇ ਨੇ ਉਹ ਰੀਕੁਆਇਲ ਕਰ ਜਾਂਦੇ ਨੇ, ਮਤਲਬ ਜੰਪ ਕਰ ਜਾਂਦੇ ਨੇ, ਇੱਕ ਖਾਸ ਡਾਇਰੈਕਸ਼ਨ ਦੇ ਵਿੱਚ ਚਲੇ ਜਾਂਦੇ ਨੇ। ਅਤੇ ਕਿਹੜੀ ਡਾਇਰੈਕਸ਼ਨ 'ਚ ਜਾਣਗੇ ਉਹ ਡਿਪੈਂਡ ਕਰਦਾ ਹੈ ਕਿ ਜੋ ਇੰਸੀਡੈਂਟ ਫੋਟੋਨ ਹੈ, ਐਕਸਰੇਜ਼ ਦਾ ਫੋਟੋਨ ਹੈ, ਕਿਸ ਦਿਸ਼ਾ 'ਚੋਂ ਆਇਆ ਸੀਗਾ। ਫਰੋਮ ਅਬਵ ਟੂ ਇਫੈਕਟ ਇਟ ਇਜ਼ ਕਲੀਅਰ ਦੈਟ ਪਾਰਟੀਕਲ ਜਿਹੜਾ ਹੈਗਾ ਫੋਟੋਨ ਆਫ ਰੇਡੀਏਸ਼ਨ ਇਜ਼ ਕੋਲਾਈਡਿੰਗ ਅਗੇਂਸਟ ਦਾ ਅਨਦਰ ਪਾਰਟੀਕਲ ਇਲੈਕਟ੍ਰੋਨ। ਤਾਂ ਦੋਨੇ ਫਿਨੋਮੀਨਾਜ਼ ਫੋਟੋ ਇਲੈਕਟ੍ਰਿਕ ਇਫੈਕਟ ਅਤੇ ਕੌਂਪਟਨ ਇਫੈਕਟ, ਇਹਦੇ ਵਿੱਚ ਕੀ ਸ਼ੋ ਹੋ ਰਿਹਾ ਆਪਣੇ ਕੋਲੇ ਕਿ ਇੱਕ ਪਾਰਟੀਕਲ ਦੀ ਦੂਜੇ ਪਾਰਟੀਕਲ ਨਾਲ ਕੋਲੀਜ਼ਨ ਹੋ ਰਹੀ ਹੈ। ਕਿਹੜੇ ਪਾਰਟੀਕਲ ਦੀ ਕਿਹੜੇ ਨਾਲ? ਫੋਟੋਨ ਜੋ ਕਿ ਲਾਈਟ ਦਾ ਐਨਰਜੀ, ਲਾਈਟ ਦਾ ਪਾਰਟੀਕਲ ਹੈ, ਟੂ ਦਾ ਅਨਦਰ ਸੈਕਿੰਡ ਪਾਰਟੀਕਲ ਹੈਗਾ ਇਲੈਕਟ੍ਰੋਨ ਜੋ ਕਿ ਮੈਟਲ ਸਰਫੇਸ ਦੇ ਵਿੱਚ ਹੈਗਾ। ਸੋ ਇਟ ਇਜ਼ ਡਿਊ ਟੂ ਦਿਸ ਰੀਜ਼ਨ ਵੀ ਕਨਕਲੂਡ ਦੈਟ ਇਨ ਦਾ ਫੋਟੋ ਇਲੈਕਟ੍ਰਿਕ ਇਫੈਕਟ ਐਂਡ ਕੌਂਪਟਨ ਇਫੈਕਟ ਰੇਡੀਏਸ਼ਨ ਪੋਜੈਸ ਪਾਰਟੀਕਲ ਨੇਚਰ। ਤਾਂ ਦੋਨੇ ਹੀ ਜਿਹੜੇ ਇਫੈਕਟ ਨੇ ਉਹਦੇ ਵਿੱਚ ਪਾਰਟੀਕਲ ਨੇਚਰ ਨੂੰ ਹੀ ਅਸੀਂ ਮੰਨ ਕੇ ਚੱਲਦੇ ਹਾਂ ਕਿ ਰੇਡੀਏਸ਼ਨ ਕੋਲ ਪਾਰਟੀਕਲ ਨੇਚਰ ਹੈ। ਇਟ ਮੀਨਸ ਰੇਡੀਏਸ਼ਨ ਸਮ ਟਾਈਮ ਬਿਹੇਵ ਐਜ਼ ਵੇਵਸ। ਤਾਂ ਇਹਦਾ ਮਤਲਬ ਕੀ ਹੋ ਗਿਆ ਕਿ ਜਿਹੜੀ ਹੈਗੀ ਤਾਂ ਰੇਡੀਏਸ਼ਨ ਨੇ, ਠੀਕ ਹੈ, ਰੇਜ਼ ਆ ਰਹੀਆਂ ਨੇ, ਠੀਕ ਹੈ। ਹੁਣ ਆਪਾਂ ਮੰਨਦੇ ਹਾਂ ਕਿ ਰੇਜ਼ ਕਿਸ ਫੋਰਮ 'ਚ ਹੁੰਦੀਆਂ ਨੇ? ਵੇਵ ਦੀ ਫੋਰਮ 'ਚ ਹੁੰਦੀਆਂ ਨੇ। ਪਰ ਇੱਥੇ ਆਪਾਂ ਕਹਿੰਦੇ ਰੇਡੀਏਸ਼ਨ ਕੋਲ ਵੇਵ ਨੇਚਰ ਵੀ ਹੈ ਐਂਡ ਸਮ ਟਾਈਮ ਪਾਰਟੀਕਲ ਨੇਚਰ ਵੀ ਹੈ। ਸੋ ਰੇਡੀਏਸ਼ਨ ਦਾ ਡਿਊਲ ਕਰੈਕਟਰ ਹੈ, ਡਿਊਲ ਨੇਚਰ ਹੈ, ਮਤਲਬ ਇਟ ਸਮ ਟਾਈਮ ਬਿਹੇਵ ਲਾਈਕ ਵੇਵਸ, ਮਤਲਬ ਕੁਛ ਫਿਨੋਮੀਨਾਜ਼ ਨੇ ਉਹਦੇ ਵੇਵ ਨੇਚਰ, ਮਤਲਬ ਉਹਦੇ ਕੋਲ ਦੋਨੇ ਹੀ ਪ੍ਰੋਪਰਟੀਜ਼ ਨੇ, ਵੇਵ ਦੀਆਂ ਪ੍ਰੋਪਰਟੀਜ਼ ਵੀ ਨੇ ਐਂਡ ਪਾਰਟੀਕਲ ਦੀਆਂ ਪ੍ਰੋਪਰਟੀਜ਼ ਵੀ ਨੇ। ਇਹ ਤੁਸੀਂ ਕੈਮਿਸਟਰੀ 'ਚ ਬੜੀ ਚੰਗੀ ਤਰ੍ਹਾਂ ਪੜ੍ਹਿਆ ਹੋਇਆ, ਠੀਕ ਹੈ, ਜਿਹਨੂੰ ਆਪਾਂ ਨੈਕਸਟ ਪੜ੍ਹਾਂਗੇ ਡੀ ਬਰੋਗਲੀ ਹਾਈਪੋਥੀਸਿਸ। ਸੋ ਇਟ ਨੋਟ ਵੀ ਨੋਟਡ ਦੈਟ ਇਨ ਏ ਪਾਰਟੀਕੂਲਰ ਐਕਸਪੈਰੀਮੈਂਟ ਦਾ ਰੇਡੀਏਸ਼ਨ ਹੈਜ਼ ਪਾਰਟੀਕੂਲਰ ਨੇਚਰ। ਖਾਸ ਐਕਸਪੈਰੀਮੈਂਟ 'ਚ ਉਹਦਾ ਜਿਹੜਾ ਰਿਜ਼ਲਟ ਆ ਰਿਹਾ ਉਹਦੇ ਇੱਕ ਬਿਹੇਵੀਅਰ ਕਰਕੇ ਆ ਰਿਹਾ, ਜਾਂ ਤਾਂ ਉਹਦੇ ਵੇਵ ਬਿਹੇਵੀਅਰ ਕਰਕੇ ਆ ਰਿਹਾ ਜਾਂ ਪਾਰਟੀਕਲ ਬਿਹੇਵੀਅਰ ਕਰਕੇ। So various phenomena related to the radiation can be divided into three categories. These are phenomena like interference, diffraction, polarization. These are explained on the basis of the wave nature of radiation only. There are phenomena photoelectric effect, Compton effect. These are explained on the basis of the particle nature of radiation. There are the phenomena like rectilinear propagation,
refraction, these are explained on the basis of either wave nature or the particle nature। ਇਹਨਾਂ ਨੂੰ ਅਸੀਂ wave nature ਦੇ ਨਾਲ ਵੀ ਐਕਸਪਲੇਨ ਕਰ ਸਕਦੇ ਹਾਂ ਤੇ ਪਾਰਟੀਕਲ ਨੇਚਰ ਦੇ ਨਾਲ ਵੀ ਐਕਸਪਲੇਨ ਕਰ ਸਕਦੇ ਹਾਂ। ਤਾਂ ਇਹ ਤਿੰਨ ਭਾਗਾਂ ਦੇ ਵਿੱਚ ਆਪਣੇ ਰੇਡੀਏਸ਼ਨ ਦੇ ਜਿਹੜੇ ਹੈਗੇ ਨੇ ਇਫੈਕਟਸ ਨੇ ਉਹਨੂੰ ਵੰਡ ਦਿੱਤਾ ਵੀ ਕਿਹੜਾ ਬਿਹੇਵੀਅਰ ਦੇ ਕਰਕੇ ਉਹ ਕਿਹੜਾ ਇਫੈਕਟ ਉਹ ਸ਼ੋਅ ਕਰਦੀ ਹੈ। ਤਾਂ ਅੱਗੇ ਆ ਕੇ ਸਾਡੇ ਕੋਲ ਇੰਪੋਰਟੈਂਟ ਟੌਪਿਕ ਡੀ ਬਰੋਗਲੀ ਡਿਊਲਿਸਟਿਕ ਹਾਈਪੋਥੀਸਿਸ, ਮਤਲਬ dual nature of matter। Since radiation has dual nature, it possesses property of wave and particle, and universe is composed of radiation and matter। ਸਾਨੂੰ ਪਤਾ ਹੈ ਕਿ ਹੁਣ ਆਪਾਂ ਕਰ ਚੁੱਕੇ ਕਿ ਜਿਹੜੀ ਲਾਈਟ ਹੈ ਉਹਦੇ ਕੋਲ ਰੇਡੀਏਸ਼ਨ ਵੇਵ ਪ੍ਰੋਪਰਟੀਜ਼ ਵੀ ਨੇ ਐਂਡ ਪਾਰਟੀਕਲ ਪ੍ਰੋਪਰਟੀਜ਼ ਵੀ ਨੇ, ਅਤੇ ਯੂਨੀਵਰਸ ਦੋ ਹੀ ਚੀਜ਼ਾਂ ਦਾ ਬਣਿਆ ਹੋਇਆ। ਯੂਨੀਵਰਸ ਦੇ ਵਿੱਚ ਦੋ ਹੀ ਚੀਜ਼ਾਂ ਨੇ, ਇੱਕ ਰੇਡੀਏਸ਼ਨ, ਠੀਕ ਹੈ, ਕੰਪੋਜ਼ਡ ਆਫ ਰੇਡੀਏਸ਼ਨ ਐਂਡ ਮੈਟਰ। ਦੇਅਰਫੋਰ ਡੀ ਬਰੋਗਲੀ ਕਨਕਲੂਡ ਦੈਟ the moving material particle must also possess dual nature। ਹੁਣ ਤਾਂ ਡੀ ਬਰੋਗਲੀ ਨੇ ਇੱਕ ਨਵੀਂ ਗੱਲ ਕਹੀ ਕਿ ਐਕਚੁਅਲ ਦੇ ਵਿੱਚ ਇਹ ਡਿਊਲ ਨੇਚਰ ਦਾ ਮਤਲਬ ਕੀ ਹੈ ਕਿ ਜੋ ਵੀ ਮੂਵਿੰਗ ਪਾਰਟੀਕਲ ਹੈ ਹਰੇਕ ਪਾਰਟੀਕਲ ਦੇ ਨਾਲ ਇੱਕ ਵੇਵ ਜੁੜੀ ਹੋਈ ਹੈ, ਤਾਂ ਜਿਹਦੇ ਕਰਕੇ ਉਹਦਾ ਪਾਰਟੀਕਲ ਹੈਗਾ ਤਾਂ ਪਾਰਟੀਕਲ ਨੇਚਰ ਤਾਂ ਪਾਰਟੀਕਲ ਬਿਹੇਵੀਅਰ ਤਾਂ ਸ਼ੋ ਕਰੂਗਾ, ਪਰ ਉਹਦੇ ਮੋਸ਼ਨ ਜਦੋਂ ਮੂਵ ਕਰਦਾ ਹੈ ਤਾਂ ਉਸ ਸਮੇਂ ਉਹਦੇ ਨਾਲ ਇੱਕ ਵੇਵ ਪੈਦਾ ਹੋ ਜਾਂਦੀ ਹੈ, ਵੇਵ ਐਸੋਸੀਏਟ ਹੋ ਜਾਂਦੀ ਹੈ। ਜੇ ਖੜਾ ਹੈ ਫਿਰ ਨਹੀਂ ਵੇਵ ਹੈਗੀ, ਜਦੋਂ ਰੈਸਟ 'ਚ ਹੈ ਫਿਰ ਉਹਦੇ ਕੋਲ ਕੋਈ ਵੇਵ ਪ੍ਰੋਪਰਟੀਜ਼ ਨਹੀਂ ਹੈਗੀਆਂ। ਵੈਨ ਪਾਰਟੀਕਲ ਇਜ਼ ਇਨ ਮੋਸ਼ਨ, ਵੈਰੀ ਇੰਪੋਰਟੈਂਟ ਇਹ ਟਰਮ ਹੈ ਕਿ ਜਦੋਂ ਪਾਰਟੀਕਲ ਮੂਵ ਕਰਦਾ ਹੈ, ਮੋਸ਼ਨ ਕਰਦਾ ਹੈ, ਤਾਂ ਉਹਦੇ ਨਾਲ ਇੱਕ ਵੇਵ ਜੁੜ ਜਾਂਦੀ ਹੈ। ਸਿੰਸ ਨੇਚਰ ਲਵ ਸਿਮਿਟਰੀ, ਠੀਕ ਹੈ, ਤਾਂ ਨੇਚਰ ਦੇ ਵਿੱਚ ਕਹਿੰਦਾ ਸਿਮਿਟਰੀ ਹੈ, ਤਾਂ ਉਸ ਕਰਕੇ ਇਹ ਚੀਜ਼ ਨੂੰ ਐਕਸਪਲੇਨ ਕੀਤਾ ਗਿਆ। ਤੁਸੀਂ ਕੈਮਿਸਟਰੀ 'ਚ ਪੜ੍ਹਿਆ, ਜੇ ਤੁਹਾਨੂੰ ਯਾਦ ਹੋਵੇ ਇਹੀ ਚੀਜ਼ ਨੂੰ, ਇੱਕ ਟੌਪਿਕ ਜਿਹੜਾ ਕੈਮਿਸਟਰੀ ਦੇ ਵਿੱਚ ਵੀ ਹੈਗਾ। ਤਾਂ ਇਹ 'ਚ ਹੁੰਦਾ ਕੀ ਹੈ, ਇਹਨੂੰ ਥੋੜ੍ਹਾ ਜਿਹਾ ਸਮਝੋ। ਜੇ ਇਹਨੂੰ ਐਕਸਪਲੇਨ ਕਰਨਾ ਹੋਵੇ, ਜੇ ਤੁਸੀਂ ਇੱਕ ਛੋਟਾ ਜਿਹਾ ਰੋੜਾ ਲੈ ਲਓ, ਉਹਦੇ ਨਾਲ ਇੱਕ ਧਾਗਾ ਬੰਨ੍ਹ ਦਿਓ, ਲੰਬਾ ਸਾਰਾ ਧਾਗਾ ਬੰਨ੍ਹ ਦਿਓ, ਠੀਕ ਹੈ, ਪਤਲਾ ਜਾਂ ਮੋਟੀ ਰੱਸੀ ਨਹੀਂ ਬੰਨਣੀ, ਧਾਗਾ ਬੰਨ੍ਹਣਾ। ਹੁਣ ਜੇ ਤੁਸੀਂ ਇਸ ਰੋੜੇ ਨੂੰ ਵਗਾ ਕੇ ਮਾਰੋਗੇ ਤਾਂ ਤੁਸੀਂ ਨੋਟ ਕਰਿਓ, ਜਦੋਂ ਇਹ ਰੋੜਾ ਤਾਂ ਜਾਊਗਾ ਬਿਲਕੁਲ ਸਿੱਧਾ, ਜਾਂ ਉਹਦਾ ਟਰੈਕ ਹੈ ਜਿਹੜਾ ਉਹ ਬਿਲਕੁਲ ਸਿੱਧਾ ਹੋਊਗਾ ਜਾਂ ਕਰਵਡ ਹੋਊਗਾ, ਹੈ ਨਾ, ਜਾਂ ਸਿੱਧਾ ਹੋਊਗਾ ਜਾਂ ਕਰਵਡ ਹੋਊਗਾ, ਪਰ ਜਿਹੜਾ ਇਹਦੇ ਪਿੱਛੇ ਧਾਗਾ ਹੋਊਗਾ ਉਹ ਇਸ ਤਰ੍ਹਾਂ ਮੂਵ ਕਰੂਗਾ, ਠੀਕ ਹੈ। ਜੋ ਇਹਦੇ ਪਿੱਛੇ ਧਾਗਾ ਮੂਵ ਕਰ ਰਿਹਾ ਹੋਊਗਾ ਉਹਨੂੰ ਧਿਆਨ ਨਾਲ ਦੇਖਿਓ, ਉਹ ਇਸ ਤਰ੍ਹਾਂ ਮੂਵ ਕਰੂਗਾ। ਦੈਟ ਮੀਨਸ ਕੀ ਹੈ ਕਿ ਇਸ ਕੋਲੇ ਇਹ ਖੁਦ ਤਾਂ ਇੱਕ ਪਾਰਟੀਕਲ ਹੈ, ਪਰ ਜਦੋਂ ਇਹ ਪਾਰਟੀਕਲ ਮੂਵ ਕਰਦਾ ਹੈ ਤਾਂ ਇਹਦੇ ਨਾਲ ਪਿੱਛੇ ਇੱਕ ਵੇਵ ਪੈਦਾ ਹੋ ਜਾਂਦੀ ਹੈ, ਠੀਕ ਹੈ। ਸੋ ਇਸੇ ਕਰਕੇ ਜਿਹੜਾ ਕੋਈ ਵੀ ਮੂਵਿੰਗ ਪਾਰਟੀਕਲ ਹੈ ਉਹ ਪਾਰਟੀਕਲ ਬਿਹੇਵੀਅਰ ਵੀ ਸ਼ੋਅ ਕਰਦਾ ਹੈ, ਅਤੇ ਨਾਲ ਸਾਡੇ ਕੋਲੇ ਵੇਵ ਜਿਹੜਾ ਕਰੈਕਟਰ ਹੈ ਉਹ ਵੀ ਉਹ ਸ਼ੋਅ ਕਰਦਾ ਹੈ, ਠੀਕ ਹੈ। ਉਮੀਦ ਕਰਦਾ ਤੁਹਾਨੂੰ ਇਹ ਗੱਲ ਪਤਾ ਲੱਗ ਗਈ ਹੋਣੀ। ਤਾਂ ਇਹਦੀ ਡੈਫੀਨੇਸ਼ਨ ਕੀ ਹੈ? ਡੀ ਬਰੋਗਲੀ ਹਾਈਪੋਥੀਸਿਸ, ਅਕੋਰਡਿੰਗ ਟੂ ਡੀ ਬਰੋਗਲੀ ਅ ਮੂਵਿੰਗ ਮਟੀਰੀਅਲ ਪਾਰਟੀਕਲ ਸਮ ਟਾਈਮ ਐਕਟ ਐਜ਼ ਏ ਵੇਵ ਐਂਡ ਸਮ ਟਾਈਮ ਐਕਟ ਐਜ਼ ਏ ਪਾਰਟੀਕਲ। ਕਿ ਜਿਹੜਾ ਮੂਵਿੰਗ ਜਿਹੜਾ ਕੋਈ ਵੀ ਮਟੀਰੀਅਲ ਹੈ ਉਹ ਕਈ ਵਾਰੀ ਤਾਂ ਵੇਵ ਦੀ ਤਰ੍ਹਾਂ ਐਕਟ ਕਰਦਾ, ਕਈ ਵਾਰੀ ਪਾਰਟੀਕਲ ਦੀ ਤਰ੍ਹਾਂ, ਔਰ ਇਹ ਵੇਵ ਐਸੋਸੀਏਟਡ ਵਿਦ ਮੂਵਿੰਗ ਪਾਰਟੀਕਲ। ਜਾਂ ਇਹਨੂੰ ਇਸ ਤਰ੍ਹਾਂ ਸਮਝੋ ਕਿ ਇੱਕ ਮੂਵਿੰਗ ਪਾਰਟੀਕਲ ਦੇ ਨਾਲ ਕੀ ਜੁੜੀ ਹੁੰਦੀ ਹੈ? ਵੇਵ ਜੁੜੀ ਹੁੰਦੀ ਹੈ, ਵਿਚ ਕੰਟਰੋਲ ਦਾ ਪਾਰਟੀਕਲ ਇਨ ਐਵਰੀ ਰਿਸਪੈਕਟ। ਅਤੇ ਇਹ ਜਿਹੜੀ ਵੇਵ ਹੈ ਪਾਰਟੀਕਲ ਨੂੰ ਹਰ ਇੱਕ ਤਰੀਕੇ ਨਾਲ ਕੰਟਰੋਲ ਕਰਦੀ ਹੈ। ਕਿਵੇਂ? ਹੁਣ ਮੈਂ ਤੁਹਾਨੂੰ ਇਹ ਗੱਲ ਕਿਹਾ ਸੀ ਕਿ ਰੋਡ ਹੈ ਇਹ, ਠੀਕ ਹੈ, ਉਹਨੂੰ ਆਪਾਂ ਧਾਗਾ ਬੰਨ੍ਹ ਕੇ ਸਿੱਟਤਾ ਆਪਾਂ ਨੇ, ਤਾਂ ਰੋੜਾ ਤਾਂ ਜਾਊਗਾ ਸਿੱਧਾ ਬਿਲਕੁਲ ਜਾਂ ਕਰਵਡ ਰਸਤਾ, ਪਰ ਜਿਹੜਾ ਧਾਗਾ ਦੇ ਪਿੱਛੋਂ ਵੇਵ ਦੀ ਤਰ੍ਹਾਂ ਸਾਨੂੰ ਨਜ਼ਰ ਆਊਗਾ। ਹੁਣ ਤੁਸੀਂ ਇਮੈਜਿਨ ਕਰੋ ਵੀ ਇਹਨੂੰ ਆਪਾਂ ਛੋਟਾ ਕਰਦੇ ਜਾਂਦੇ ਹਾਂ, ਧਾਗੇ ਨੂੰ ਆਪਾਂ ਛੋਟਾ ਨਹੀਂ ਕਰਦੇ, ਧਾਗੇ ਨੂੰ ਆਪਾਂ ਉੱਡੇ ਹੀ ਰੱਖਦੇ ਹਾਂ, ਇਸਦਾ ਸਾਈਜ਼ ਛੋਟਾ ਕਰ ਦਿੰਦੇ ਹਾਂ, ਮਾਸ ਛੋਟਾ ਕਰ ਦਿੰਦੇ ਹਾਂ। ਤਾਂ ਇੱਕ ਫੋਰਮ ਇਸ ਤਰ੍ਹਾਂ ਦੀ ਆਊਗੀ ਕਿ ਜਦੋਂ ਆਪਾਂ ਨੂੰ ਸਿੱਟਾਂਗੇ, ਠੀਕ ਹੈ, ਇਹਨੂੰ ਆਪਾਂ ਥਰੋ ਕਰਾਂਗੇ, ਤਾਂ ਇਹ ਜਿਹੜੀ ਵੇਵ ਹੈ, ਜਦੋਂ ਵੇਵ ਪੈਦਾ ਹੋਊਗੀ ਇਹਦੇ ਮਗਰ, ਇਹ ਪਾਰਟੀਕਲ ਦਾ ਮਾਸ ਇੰਨਾ ਛੋਟਾ ਹੋਊਗਾ ਕਿ ਪਾਰਟੀਕਲ ਖੁਦ ਵੀ ਇਸ ਤਰੀਕੇ ਨਾਲ ਮੂਵ ਕਰਨਾ ਸ਼ੁਰੂ ਕਰ ਦੂਗਾ। ਮਤਲਬ ਜਿੰਨਾ ਮਾਸ ਘਟਦਾ ਜਾਊਗਾ ਤਾਂ ਵੇਵ ਦਾ ਕਰੈਕਟਰ ਹੈ ਜਿਹੜਾ ਉਹ ਡੋਮੀਨੇਟ ਹੁੰਦਾ ਜਾਊਗਾ, ਪਾਰਟੀਕਲ ਦਾ ਕਰੈਕਟਰ ਹੈ ਜਿਹੜਾ ਉਹ ਕੀ ਹੁੰਦਾ ਜਾਊਗਾ? ਉਹ ਸਪਰੈਸ ਹੋ ਜਾਊਗਾ। ਵੇਵ ਦਾ ਕਰੈਕਟਰ ਜਿੰਨਾ ਇਹ ਛੋਟਾ ਹੁੰਦਾ ਜਾਊਗਾ, ਵੇਵ ਦਾ ਕਰੈਕਟਰ ਡੋਮੀਨੇਟ ਹੋਈ ਜਾਊਗਾ, ਪਾਰਟੀਕਲ ਦਾ ਕਰੈਕਟਰ ਹੈ ਜਿਹੜਾ ਉਹ ਸਪਰੈਸ ਹੋਈ ਜਾਊਗਾ, ਠੀਕ ਹੈ। ਤਾਂ ਉੱਥੇ ਕੀ ਹੋਊਗਾ? ਕਈ ਵਾਰੀ ਉਹ ਸਿਰਫ ਵੇਵ ਦੀ ਤਰ੍ਹਾਂ ਬਿਹੇਵ ਕਰ ਰਿਹਾ ਹੋਊਗਾ, ਜਾਂ ਕਈ ਫਿਨੋਮੀਨਾ 'ਚੋਂ ਇਕੱਲੇ ਵੇਵ ਉਹਦੀ ਜਦੋਂ ਜ਼ਿਆਦਾ
ਡੋਮੀਨੇਟ ਕਰ ਜੂਗੀ ਤਾਂ ਉਹ ਵੇਵ ਵਾਲੇ ਐਕਸਪੈਰੀਮੈਂਟ ਪਰਫੋਰਮ ਮਤਲਬ ਰਿਜ਼ਲਟ ਦਊਗਾ ਸਾਨੂੰ। ਅਤੇ ਜਦੋਂ ਪਾਰਟੀਕਲ ਵਾਲਾ ਜਿੱਥੇ ਲੋੜ ਪਊਗੀ, ਠੀਕ ਹੈ, ਤਾਂ ਉੱਥੇ ਇਹ ਪਾਰਟੀਕਲ ਵਾਲੇ ਸਾਨੂੰ ਰਿਜ਼ਲਟ ਦਊਗਾ। ਤਾਂ ਇਹੀ ਗੱਲ ਇਹਨੇ ਕਹੀ ਹੈ ਕਿ ਜਦੋਂ ਵੀ ਇੱਕ ਮੂਵਿੰਗ ਪਾਰਟੀਕਲ ਹੁੰਦਾ, ਮੂਵ ਕਰਦਾ, ਤਾਂ ਉਹ ਕਈ ਵਾਰੀ ਪਾਰਟੀਕਲ ਦੀ ਤਰ੍ਹਾਂ ਬਿਹੇਵ ਕਰਦਾ, ਕਈ ਵਾਰੀ ਵੇਵ ਦੀ ਤਰ੍ਹਾਂ ਬਿਹੇਵ ਕਰਦਾ। ਇਹਦਾ ਮਤਲਬ ਕਿ ਜਦੋਂ ਵੀ ਇੱਕ ਪਾਰਟੀਕਲ ਮੂਵ ਕਰਦਾ ਉਹਦੇ ਨਾਲ ਇੱਕ ਵੇਵ ਐਸੋਸੀਏਟ ਹੋ ਜਾਂਦੀ ਹੈ, ਜੁੜ ਜਾਂਦੀ ਹੈ, ਠੀਕ ਹੈ। ਅਤੇ ਇਹ ਜਿਹੜੀ ਵੇਵ ਹੈ ਇਸ ਪਾਰਟੀਕਲ ਨੂੰ ਹਰ ਇੱਕ ਤਰੀਕੇ ਨਾਲ ਕੰਟਰੋਲ ਕਰਦੀ ਹੈ। ਤਾਂ ਵੇਵ ਐਸੋਸੀਏਟਡ ਵਿਦ ਦ ਮੂਵਿੰਗ ਪਾਰਟੀਕਲ ਇਜ਼ ਕਾਲਡ ਮੈਟਰ ਵੇਵ ਔਰ ਡੀ ਬਰੋਗਲੀ ਵੇਵ। ਇੰਪੋਰਟੈਂਟ ਹੈ ਕਿ ਜਿਹੜੀ ਵੇਵ ਇਸ ਤਰ੍ਹਾਂ ਪਾਰਟੀਕਲ ਦੇ ਨਾਲ ਜੁੜੀ ਹੁੰਦੀ ਹੈ ਉਹਨੂੰ ਆਪਾਂ ਮੈਟਰ ਵੇਵ ਜਾਂ ਡੀ ਬਰੋਗਲੀ ਵੇਵ ਕਹਿੰਦੇ ਹਾਂ। ਹੂਜ਼ ਵੇਵ ਲੈਂਥ ਇਜ਼ ਗਿਵਨ ਬਾਈ ਲੈਮਡਾ ਇਜ਼ ਇਕੁਅਲ ਟੂ h upon mv। ਲੈਮਡਾ ਇਜ਼ ਇਕੁਅਲ ਟੂ h upon mv। h Planck's constant, m mass of the particle, v velocity of the moving particle। ਸੋ ਇਹਨੂੰ ਬੋਲਦੇ ਹਾਂ ਡੀ ਬਰੋਗਲੀ ਵੇਵ ਲੈਂਥ, ਠੀਕ ਹੈ ਜੀ। ਹੁਣ ਇਹ ਰਿਲੇਸ਼ਨ ਆਈ ਕਿੱਥੋਂ, ਕਿਵੇਂ ਇਹਨੂੰ ਆਪਣੇ ਮਤਲਬ ਕਿ ਕਿੱਥੋਂ ਲਿਆਂਦਾ ਇਹ ਰਿਜ਼ਲਟ ਨੂੰ, ਇਹ ਇੰਪੋਰਟੈਂਟ ਹੈ। ਇਹ ਪੇਪਰ ਦੇ ਵਿੱਚ ਆਉਂਦਾ ਹੈ ਡਰਾਈਵ ਕਰਨਾ, ਡੈਰੀਵੇਸ਼ਨ ਜਾਂ ਆਪਾਂ ਕਹਿੰਦੇ ਡੈਰੀਵੇਸ਼ਨ ਆਫ ਦਾ ਡੀ ਬਰੋਗਲੀ ਵੇਵ ਲੈਂਥ। ਹੁਣ ਸਾਡੇ ਕੋਲ ਕੀ ਹੈ, ਐਨਰਜੀ, ਜੋ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ, ਤੁਹਾਨੂੰ ਪਤਾ ਹੀ ਹੈ ਕਿ ਐਨਰਜੀ ਜਿਹੜੀ ਹੁੰਦੀ ਹੈ ਇੱਕ ਫੋਟੋਨ ਦੀ, ਦੈਟ ਇਜ਼ ਇਕੁਅਲ ਟੂ E ਇਜ਼ ਇਕੁਅਲ ਟੂ H ਨਿਊ। ਐਨਰਜੀ E ਇਜ਼ ਇਕੁਅਲ ਟੂ H ਨਿਊ। ਬਟ ਇੱਕ ਆਈਨਸਟਾਈਨ ਨੇ ਵੀ ਕਿਹਾ ਸੀਗਾ E ਇਜ਼ ਇਕੁਅਲ ਟੂ, ਜਿਹਨੂੰ ਆਪਾਂ ਮਾਸ ਐਨਰਜੀ ਇਕੁਅਲੈਂਸ ਕਹਿੰਦੇ, E ਇਜ਼ ਇਕੁਅਲ ਟੂ mc², ਠੀਕ ਹੈ। E ਇਜ਼ ਇਕੁਅਲ ਟੂ H ਨਿਊ, E ਇਜ਼ ਇਕੁਅਲ ਟੂ mc²। ਇਹ ਵੀ ਐਨਰਜੀ ਹੈ, ਇਹ ਵੀ ਐਨਰਜੀ ਹੈ, ਠੀਕ ਹੈ। ਤਾਂ ਦੋਨੇ ਐਨਰਜੀਜ਼ ਕੀ ਹੋ ਗਈਆਂ, ਇਹ ਇਕੁਅਲ ਹੋ ਗਈਆਂ। H ਨਿਊ ਇਜ਼ ਇਕੁਅਲ ਟੂ mc², H ਨਿਊ ਇਜ਼ ਇਕੁਅਲ ਟੂ mc²। ਇੱਥੋਂ m ਦੀ ਜੇਕਰ ਆਪਾਂ ਵੈਲਿਊ ਫਾਈਂਡ ਕਰ ਲਈਏ, ਦੈਟ ਇਜ਼ H ਨਿਊ ਅਪੋਨ c², H ਨਿਊ ਅਪੋਨ c²। ਹੁਣ ਇਸ ਨੂੰ m ਇਜ਼ ਇਕੁਅਲ ਟੂ H ਨਿਊ ਅਪੋਨ c² ਆ ਗਿਆ ਆਪਣੇ ਕੋਲ। ਜਿਹੜਾ ਮੋਮੈਂਟਮ ਹੁੰਦਾ, ਮੋਮੈਂਟਮ ਇਜ਼ ਇਕੁਅਲ ਟੂ ਮਾਸ ਇਨਟੂ ਵੈਲੋਸਿਟੀ, ਮੋਮੈਂਟ ਇਜ਼ ਇਕੁਅਲ ਟੂ ਮਾਸ ਇਨਟੂ ਵੈਲੋਸਿਟੀ। ਹੁਣ ਜੇਕਰ ਇੱਕ ਪਾਰਟੀਕਲ ਜਿਹੜਾ ਹੈਗਾ, ਜਿਹੜਾ ਫੋਟੋਨ ਹੈ, ਆਪਾਂ ਨੂੰ ਪਤਾ ਫੋਟੋਨ ਦੀ ਆਪਾਂ ਜੇ ਗੱਲ ਕਰੀਏ, ਆਪਾਂ ਲਾਈਟ ਦੀ ਗੱਲ ਕਰ ਰਹੇ ਹਾਂ, ਤਾਂ ਫੋਟੋਨ ਦੀ ਜਿਹੜੀ ਵੈਲੋਸਿਟੀ ਹੁੰਦੀ ਹੈ ਉਹ ਵੈਲੋਸਿਟੀ ਆਫ ਲਾਈਟ ਦੇ ਬਰਾਬਰ ਹੁੰਦੀ ਹੈ, c ਹੁੰਦੀ ਹੈ। ਤਾਂ m ਦੀ ਵੈਲਿਊ ਆਪਾਂ ਇੱਥੋਂ ਕੱਢ ਲਈ, H ਨਿਊ ਅਪੋਨ c², ਠੀਕ ਹੈ ਜੀ। ਤਾਂ ਇੱਕ c ਦੇ ਨਾਲ c ਕੀ ਹੋ ਗਿਆ ਸਾਡਾ, ਕੈਂਸਲ ਹੋ ਗਿਆ, H ਨਿਊ ਅਪੋਨ c ਬਚ ਗਿਆ। ਹੁਣ ਜਿਹੜਾ ਆਹ ਲੈਂਬੜਾ ਹੁੰਦਾ, ਇਹ ਪਹਿਲਾਂ ਕਰ ਚੁੱਕੇ ਆਪਾਂ, c ਅਪੋਨ ਨਿਊ ਇਹਦਾ ਫਾਰਮੂਲਾ ਹੁੰਦਾ, ਲੈਂਬੜਾ ਇਜ਼ ਇਕੁਅਲ ਟੂ c ਅਪੋਨ ਨਿਊ, ਠੀਕ ਹੈ ਜੀ। ਤਾਂ ਇੱਥੇ ਆਪਾਂ ਕੀ ਬਣ ਗਿਆ, H ਇਜ਼ ਇਕੁਅਲ ਟੂ m ਇਜ਼ ਇਕੁਅਲ ਟੂ H c, ਇਹ ਨਿਊ ਉੱਪਰ ਸੀ, ਇਹਦੇ ਨੀਚੇ ਚਲਾ ਗਿਆ, ਤਾਂ ਇਹ ਬਣ ਗਿਆ H ਅਪੋਨ ਲੈਂਬੜਾ, ਠੀਕ ਹੈ ਜੀ। P ਇਜ਼ ਇਕੁਅਲ ਟੂ H ਅਪੋਨ ਲੈਂਬੜਾ, ਜਾਂ ਲੈਂਬੜਾ ਦੀ ਵੈਲਿਊ ਕੀ ਆ ਗਈ, ਲੈਂਬੜਾ ਇੱਥੇ ਚਲਾ ਜਾਊਗਾ, ਇਹ m ਸਾਡੇ ਕੋਲ P ਸੀਗਾ, P ਦੀ ਵੈਲਿਊ ਸੀ ਇਹ, ਅਤੇ P ਜਿਹੜਾ ਇੱਥੇ ਆ ਜਾਊਗਾ। ਤਾਂ H ਅਪੋਨ P ਇਜ਼ ਇਕੁਅਲ ਟੂ ਕੀ ਆ ਗਿਆ, ਲੈਂਬੜਾ। P ਕੀ ਹੈ ਭਲਾ ਸਾਡੇ ਕੋਲ, ਦੈਟ ਇਜ਼ mv ਕਹਿ ਲਓ, ਠੀਕ ਹੈ। ਜੇ ਨੋਰਮਲ ਹੈਗਾ ਕੋਈ ਪਾਰਟੀਕਲ ਤਾਂ mv ਕਹਾਂਗੇ, ਜੇ ਫੋਟੋਨ ਦੀ ਗੱਲ ਕਰਾਂਗੇ ਤਾਂ ਆਪਾਂ mc ਕਹਾਂਗੇ। ਤਾਂ ਇਹ ਸਾਡੇ ਕੋਲ ਲੈਂਬੜਾ ਇਜ਼ ਇਕੁਅਲ ਟੂ H ਅਪੋਨ mv ਜਾਂ H ਅਪੋਨ mc। ਤਾਂ ਇਹ ਸਾਡੇ ਕੋਲ ਕੀ ਆ ਗਿਆ, ਡੈਰੀਵੇਸ਼ਨ ਆ ਗਿਆ ਕਿਸ ਚੀਜ਼ ਦਾ, ਡੀ ਬਰੋਗਲੀ ਵੇਵ ਲੈਂਥ ਦਾ, ਡੀ ਬਰੋਗਲੀ ਵੇਵ ਲੈਂਥ ਦਾ ਜਿਹੜਾ ਸਾਡੇ ਕੋਲ ਡੈਰੀਵੇਸ਼ਨ ਆ ਗਿਆ। ਹਾਂਜੀ, ਤਾਂ H ਇਜ਼ ਇਕੁਅਲ ਲੈਂਬੜਾ ਇਜ਼ ਇਕੁਅਲ ਟੂ H ਅਪੋਨ mv। ਸੋ ਡੀ ਬਰੋਗਲੀ ਐਸੋਸੀਏਟਡ ਦੈਟ ਇਕੁਏਸ਼ਨ ਜਿਹੜੀ ਹੈਗੀ ਦਿੱਤੀ ਹੈ, ਇਕੁਅਲੀ ਐਪਲੀਕੇਬਲ ਟੂ ਬੋਥ ਫੋਟੋਨ ਵਾਸਤੇ ਵੀ ਲਾਗੂ ਹੁੰਦੀ ਹੈ ਅਤੇ ਕਿਸੇ ਹੋਰ ਮਟੀਰੀਅਲ ਪਾਰਟੀਕਲ ਵਾਸਤੇ ਵੀ ਲਾਗੂ ਹੁੰਦੀ ਹੈ। ਤਾਂ ਜਿਵੇਂ ਦੱਸਿਆ ਹੀ ਹੈ ਕਿ ਫੋਟੋਨ ਵਾਸਤੇ H ਅਪੋਨ mc ਆ ਗਿਆ, ਅਤੇ ਜੇਕਰ ਕੋਈ ਹੋਰ ਮਟੀਰੀਅਲ ਪਾਰਟੀਕਲ ਹੋਊਗਾ ਤਾਂ ਮਟੀਰੀਅਲ ਪਾਰਟੀਕਲ ਵੈਲੋਸਿਟੀ ਆਫ ਲਾਈਟ ਨਾਲ ਟਰੈਵਲ ਨਹੀਂ ਕਰ ਸਕਦਾ ਹੈਗਾ, ਤਾਂ ਉਹਦੇ ਵਾਸਤੇ c ਦੀ ਥਾਂ 'ਤੇ ਕੀ ਆ ਜਾਊਗਾ, v ਆ ਜਾਊਗਾ ਸਾਡੇ ਕੋਲ। ਤਾਂ ਡੀ ਬਰੋਗਲੀ ਇਕੁਏਸ਼ਨ ਹੈ ਜਿਹੜੀ ਫੋਰ ਦਾ ਮਟੀਰੀਅਲ ਪਾਰਟੀਕਲ ਫਰੋਮ ਦਾ ਡੀ ਬਰੋਗਲੀ ਹਾਈਪੋਥੇਸਿਸ ਵੀ ਕਨਕਲੂਡ ਦੈਟ ਇਫ ਨਿਊ ਇਜ਼ ਇਕੁਅਲ ਟੂ 0, ਜੇ ਨਿਊ ਦੀ ਵੈਲਿਊ ਕੀ ਹੋਵੇ, 0 ਹੋਵੇ, then lambda will be infinity, that if is new is equal to infinity, lambda will be 0। ਮਤਲਬ ਕੀ ਹੋ ਗਿਆ, ਨਿਊ ਕੀ ਹੁੰਦਾ ਹੁਣ ਆਪਣੇ ਕੋਲੇ, ਨਿਊ ਹੁੰਦਾ ਨੰਬਰ ਆਫ ਵਾਈਬ੍ਰੇਸ਼ਨਸ ਕੰਪਲੀਟਡ ਇਨ 1 ਸੈਕਿੰਡ, ਇੱਕ ਸਕਿੰਟ 'ਚ ਕਿੰਨੀਆਂ ਪੂਰੀਆਂ ਕੀਤੀਆਂ। ਹੁਣ ਜੇਕਰ ਕੋਈ ਪਾਰਟੀਕਲ, ਠੀਕ ਹੈ, ਕੋਈ 0 ਵਾਈਬ੍ਰੇਸ਼ਨ ਪੂਰੀਆਂ ਕਰ ਰਿਹਾ ਇੱਕ ਸਕਿੰਟ ਦੇ ਵਿੱਚ, ਮਤਲਬ ਉਹਦੇ ਵਿੱਚ
ਵਾਈਬ੍ਰੇਸ਼ਨ ਹਾਈ ਨਹੀਂ, ਆਪਾਂ ਕਹੀਏ ਕਿ ਵਾਈਬ੍ਰੇਸ਼ਨ ਹਾਈ ਨਹੀਂ, ਨਿਊ ਜ਼ੀਰੋ ਹੁੰਦਾ ਮਤਲਬ ਵਾਈਬ੍ਰੇਸ਼ਨ ਹਾਈ ਨਹੀਂ, ਤਾਂ ਉਹਦੀ ਲੈਂਬੜਾ ਕਿੰਨੀ ਹੋ ਗਈ, ਲੈਂਬੜਾ ਹੋ ਗਈ ਇਨਫਿਨਿਟੀ। ਹੁਣ ਲੈਂਬੜਾ ਕੀ ਹੁੰਦੀ ਹੈ ਯਾਦ ਕਰੋ, ਇੱਥੇ ਤੋਂ ਲੈ ਕੇ ਇੱਕ ਵਾਈਬ੍ਰੇਸ਼ਨ 'ਚ ਜਿੰਨਾ ਡਿਸਟੈਂਸ ਉਹਨੇ ਕਵਰ ਕੀਤਾ, ਇੱਕ ਪੂਰੀ ਵਾਈਬ੍ਰੇਸ਼ਨ 'ਚ ਜਿੰਨਾ ਡਿਸਟੈਂਸ ਕਵਰ ਕੀਤਾ, ਜਾਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਦੋ ਨਾਲ ਲੱਗਦੀਆਂ ਕਰਸਟ ਜਾਂ ਨਾਲ ਲੱਗਦੀਆਂ ਟਰਫ ਵਿਚਕਾਰਲੀ ਦੂਰੀ, ਇਹ ਤਿੰਨੇ ਚੀਜ਼ਾਂ ਬਰਾਬਰ ਨੇ। ਇੱਕ ਵਾਈਬ੍ਰੇਸ਼ਨ 'ਚ ਕਿੰਨਾ ਡਿਸਟੈਂਸ ਕਵਰ ਕੀਤਾ, ਦੋ ਕਰਸਟ ਜਾਂ ਦੋ ਨਾਲ ਲੱਗਦੀਆਂ ਟਰਫ ਵਿਚਕਾਰਲੀ ਦੂਰੀ, ਤਿੰਨੇ ਬਰਾਬਰ ਨੇ। ਤਾਂ ਜੇ ਨਿਊ ਜ਼ੀਰੋ ਹੋ ਗਈ ਤਾਂ ਲੈਂਬੜਾ ਕੀ ਹੋ ਗਿਆ, ਇਨਫਿਨਿਟੀ ਹੋ ਗਿਆ। ਇਨਫਿਨਿਟੀ ਮਤਲਬ ਇਹ ਇੱਕ ਵੇਵ ਹੀ ਇਨਫਾਈਨਾਈਟ ਜਿਹੜੀ ਹੋਗੀ, ਤਾਂ ਆਪਾਂ ਕਹਾਂਗੇ ਕਿ ਉਹ ਵੇਵ ਮਤਲਬ ਅਨੰਤ ਤੱਕ ਇੱਕੋ ਹੀ ਵੇਵ ਹੈ, ਤਾਂ ਆਪਾਂ ਉਹਨੂੰ ਵੇਵ ਮੰਨਾਂਗੇ। ਤਾਂ ਆਪਾਂ ਨੂੰ ਪਤਾ ਹੀ ਨਹੀਂ ਕਿ ਵੇਵ ਸ਼ੁਰੂ ਕਿੱਥੋਂ ਹੋ ਰਹੀ ਹੈ ਅਤੇ ਖਤਮ ਕਿੱਥੋਂ ਹੋ ਰਹੀ ਹੈ। ਜਾਂ ਉਲਟ ਕਰ ਲਈਏ ਕਿ ਨਿਊ ਇਨਫਿਨਿਟੀ ਹੈ ਕਿ ਬਹੁਤ ਤੇਜ਼ੀ ਨਾਲ ਇੱਕ ਸਕਿੰਟ ਦੇ ਵਿੱਚ ਇਨਫਾਈਨਾਈਟ ਵਾਰੀ ਉਹ ਵਾਈਬਰੇਟ ਕਰ ਗਿਆ, ਤਾਂ ਲੈਂਬੜਾ ਕੀ ਹੋ ਗਈ, ਜ਼ੀਰੋ। ਮਤਲਬ ਉਹ ਇੰਨੀ ਛੋਟੀ ਹੈ ਵੇਵ, ਇੰਨੀ ਛੋਟੀ ਹੈ ਕਿ ਅਸੀਂ ਉਹਨੂੰ ਇਮੈਜਿਨ ਵੀ ਨਹੀਂ ਕਰ ਸਕਦੇ ਹੈਗੇ, ਉਹਦੀ ਵੇਵ ਲੈਂਥ ਇੰਨੀ ਛੋਟੀ ਹੈ। ਇਟ ਮੀਨਸ ਦੈਟ ਵੇਵ ਆਰ ਐਸੋਸੀਏਟਡ ਵਿਦ ਏ ਮਟੀਰੀਅਲ ਪਾਰਟੀਕਲ ਓਨਲੀ ਇਫ ਦੇ ਆਰ ਇਨ ਮੋਸ਼ਨ, ਜੇ ਉਹ ਮੂਵ ਕਰ ਰਹੇ ਨੇ। ਤਾਂ ਮਟੀਰੀਅਲ ਪਾਰਟੀਕਲ ਮੇ ਬੀ ਚਾਰਜਡ ਔਰ ਅਨਚਾਰਜਡ, ਚਾਰਜ ਵੀ ਹੋ ਸਕਦਾ, ਅਨਚਾਰਜ ਵੀ ਹੋ ਸਕਦਾ। ਵੈਨ ਇਟ ਇਜ਼ ਇਨ ਮੋਸ਼ਨ ਦਾ ਵੇਵ ਆਰ ਐਸੋਸੀਏਟਡ, ਜਦੋਂ ਮੋਸ਼ਨ 'ਚ ਹੋਣਗੇ ਤਾਂ ਵੇਵ ਹੋਊਗੀ ਨਾਲ ਜੁੜੀ ਹੀ, ਵਿਚ ਆਰ ਇੰਡੀਪੈਂਡੈਂਟ ਆਫ ਦਾ ਚਾਰਜ, ਜੋ ਚਾਰਜ 'ਤੇ ਡਿਪੈਂਡ ਨਹੀਂ ਕਰਦੀ। ਇਟ ਮੀਨਸ ਡੀ ਬਰੋਗਲੀ ਵੇਵ ਕੈਨ ਨੋਟ ਬੀ ਇਲੈਕਟ੍ਰੋਮੈਗਨੈਟਿਕ ਇਨ ਨੇਚਰ, ਇਹ ਇਲੈਕਟ੍ਰੋਮੈਗਨੈਟਿਕ ਨਹੀਂ ਹੋ ਸਕਦੀਆਂ, ਬਿਕੋਜ਼ ਇਲੈਕਟ੍ਰੋਮੈਗਨੈਟਿਕ ਵੇਵ ਨੇ ਤੁਹਾਨੂੰ ਪਤਾ ਹੈ ਆਰ ਪ੍ਰੋਡਿਊਸਡ ਬਾਏ ਦਾ ਮੋਸ਼ਨ ਆਫ ਦਾ ਚਾਰਜਡ ਵੇਵ, ਠੀਕ ਹੈ, ਉਹ ਚਾਰਜਡ ਪਾਰਟੀਕਲ ਦੇ ਮੂਵ ਕਰਨ ਨਾਲ ਪੈਦਾ ਹੁੰਦੀਆਂ ਨੇ। ਸਿੰਸ ਦਾ ਪੋਜੀਸ਼ਨ ਆਫ ਦਾ ਵੇਵ ਕੈਨ ਨੋਟ ਬੀ ਲੋਕੇਟਡ ਐਗਜ਼ੈਕਟਲੀ, ਠੀਕ ਹੈ, ਇਹ ਆਪਾਂ ਨੂੰ ਪਤਾ ਹੈ। ਜਿਹਨੂੰ ਆਪਾਂ ਅਨਸਰਟਨਟੀ ਪ੍ਰਿੰਸੀਪਲ ਤੁਸੀਂ ਕੈਮਿਸਟਰੀ 'ਚ ਪੜ੍ਹਿਆ ਹੋਇਆ ਕਿ ਅਸੀਂ ਕਿਸੇ ਜਿਹੜਾ ਇਹ ਮਟੀਰੀਅਲ ਵੇਵ ਹੈ ਉਹਦੇ ਵਿੱਚ ਉਹਦੀ ਪੋਜੀਸ਼ਨ ਜਾਂ ਜਿਹੜਾ ਉਹਦਾ ਮੋਮੈਂਟਮ ਹੈ, ਦੋਨਾਂ 'ਚੋਂ ਇੱਕੋ ਚੀਜ਼ ਨੂੰ ਹੀ ਐਗਜ਼ੈਕਟਲੀ ਮੈਜ਼ਰ ਕਰ ਸਕਦੇ ਹਾਂ ਜਾਂ ਐਗਜ਼ੈਕਟਲੀ ਪਤਾ ਕਰ ਸਕਦੇ ਹਾਂ। ਜੇ ਉਹਦੀ ਪੋਜੀਸ਼ਨ ਸਾਨੂੰ ਸਹੀ ਪਤਾ ਹੋਊਗੀ ਤਾਂ ਮੋਮੈਂਟਮ ਸਹੀ ਨਹੀਂ ਪਤਾ ਹੋਣਾ, ਜੇ ਮੋਮੈਂਟਮ ਸਹੀ ਪਤਾ ਹੋਊਗਾ ਤਾਂ ਉਹਦੀ ਪੋਜੀਸ਼ਨ ਸਹੀ ਨਹੀਂ ਪਤਾ ਹੋਣੀ। ਤਾਂ ਆਪਾਂ ਵੇਵ ਜਿਹੜੇ ਪੋਜੀਸ਼ਨ ਉਹਨੂੰ ਲੋਕੇਟ ਨਹੀਂ ਕਰ ਸਕਦੇ। ਦੇਅਰਫੋਰ ਵੇਵ ਨੇਚਰ ਆਫ ਦਾ ਮਟੀਰੀਅਲ ਪਾਰਟੀਕਲ ਇੰਟਰੋਡਿਊਸ ਦਾ ਪ੍ਰੋਬਲਮ ਆਫ ਪਾਰਟੀਕਲ ਲੋਕੇਸ਼ਨ। ਇਟ ਮੀਨਸ ਦੈਟ ਵੇਵ ਲੈਂਥ ਆਫ ਦਾ ਵੇਵ ਐਸੋਸੀਏਟਡ ਵਿਦ ਦਾ ਮੂਵਿੰਗ ਪਾਰਟੀਕਲ ਡਿਫਾਈਨਡ ਦਾ ਰੀਜ਼ਨ ਆਫ ਅਨਸਰਟਨਟੀ। ਕੀ ਮਤਲਬ ਕਹਿ ਰਿਹਾ ਇਹ? ਹੁਣ ਦੇਖੋ ਮੈਂ ਤੁਹਾਨੂੰ ਇਹ ਸਮਝਾਇਆ ਸੀ ਉਰੇ ਕਿ ਜੇਕਰ ਇਹ ਪਾਰਟੀਕਲ ਛੋਟਾ ਹੁੰਦਾ ਜਾਊਗਾ ਤਾਂ ਪਾਰਟੀਕਲ ਦਾ ਜਿਹੜਾ ਰਸਤਾ ਹੈ ਇਹ ਖੁਦ ਵੀ ਕੀ ਹੋ ਜਾਊਗਾ, ਇਹ ਇਸ ਤਰ੍ਹਾਂ ਮੂਵ ਕਰਨ ਲੱਗ ਜਾਊਗਾ। ਪਾਰਟੀਕਲ ਖੁਦ ਵੀ ਵੇਵ ਦੀ ਤਰ੍ਹਾਂ ਮੂਵ ਕਰਨ ਲੱਗ ਜਾਊਗਾ। ਹੁਣ ਜੇ ਤਾਂ ਸਿੱਧਾ ਪਾਰਟੀਕਲ ਜਾ ਰਿਹਾ ਤਾਂ ਮੈਂ ਉਹਦਾ ਰਸਤਾ ਟਰੈਕ ਕਰ ਸਕਦਾ ਵੀ ਹੁਣ ਇੱਥੇ ਹੈ, ਹੁਣ ਇੱਥੇ ਹੈ, ਹੁਣ ਇੱਥੇ ਹੈ। ਪਰ ਜਦੋਂ ਉਹ ਇਸ ਤਰ੍ਹਾਂ ਮੂਵ ਕਰ ਰਿਹਾ ਤਾਂ ਉਹਦਾ ਰਸਤਾ ਟਰੈਕ ਕਰਨਾ ਕੀ ਹੋ ਗਿਆ, ਮੁਸ਼ਕਿਲ ਹੋ ਗਿਆ। ਠੀਕ ਹੈ, ਤਾਂ ਅਸੀਂ ਫਿਰ ਸਾਡੇ ਕੋਲ ਕੀ ਬਣ ਗਿਆ, ਇੱਕ ਰੀਜ਼ਨ ਬਣ ਗਿਆ ਵੀ ਜਾਂ ਤਾਂ ਪਾਰਟੀਕਲ ਇਸ ਰੀਜ਼ਨ ਦੇ ਵਿੱਚ ਇੰਨੀ ਜਗ੍ਹਾ ਉੱਪਰ ਅਤੇ ਇੰਨੀ ਜਗ੍ਹਾ ਨੀਚੇ ਐਸੇ ਕਿਸੇ ਰੀਜ਼ਨ 'ਚ ਹੋ ਸਕਦਾ ਹੈ, ਜਿਹਨੂੰ ਆਪਾਂ ਬੋਲਾਂਗੇ ਅਨਸਰਟਨਟੀ ਪ੍ਰਿੰਸੀਪਲ, ਵੀ ਉਹਦੀ ਪੱਕੀ ਲੋਕੇਸ਼ਨ ਕੋਈ ਨਹੀਂ ਪਤਾ, ਇੱਥੋਂ ਤੋਂ ਲੈ ਕੇ ਇਸ ਰੀਜਨ ਦੇ ਵਿੱਚ ਕਿਤੇ ਵੀ ਹੋ ਸਕਦਾ ਉਹ। ਠੀਕ ਹੈ, ਸੋ ਵਿਦਿਨ ਵਿਚ ਵੇਅਰ ਅਬਾਊਟ ਏ ਪਾਰਟੀਕਲ ਆਰ ਅਨਨੋਨ। ਇਹ ਸਿਸਟਮੈਟਿਕ ਡਾਇਗਰਾਮ ਡੀ ਬਰੋਗਲੀ ਵੇਵ ਇਜ਼ ਗਿਵਨ ਇਨ ਦਾ ਫਿਗਰ। ਆਹ ਵਾਲੀ ਫਿਗਰ ਹੈ ਜਿਹੜੀ ਉਹ ਸਾਨੂੰ ਡੀ ਬਰੋਗਲੀ ਵੇਵ ਦੀ ਜਿਹੜੀ ਹੈਗੀ ਸ਼ੇਪ ਦਿਖਾਉਂਦੀ ਹੈ। ਰਿਲੇਸ਼ਨ ਬਿਟਵੀਨ ਦਾ ਡੀ ਬਰੋਗਲੀ ਵੇਵ ਲੈਂਥ ਐਂਡ ਟੈਂਪਰੇਚਰ। ਕਨੈਟਿਕ ਥਿਊਰੀ ਆਫ ਮੈਟਰ ਤੁਸੀਂ ਕੈਮਿਸਟਰੀ 'ਚ ਪੜ੍ਹੀ ਹੈ, ਦੈਟ ਇਜ਼ K ਇਜ਼ ਇਕੁਅਲ ਟੂ 3.2 small kt। ਠੀਕ ਹੈ, K ਫੋਰ ਕਨੈਟਿਕ ਐਨਰਜੀ ਔਰ small k ਉਰੇ ਬੋਲਟਜ਼ਮੈਨ ਕਾਂਸਟੈਂਟ ਹੈ। M ਜਦੋਂ ਮਾਸ ਉਹਦਾ ਪਾਰਟੀਕਲ ਹੋਵੇ, V ਵੈਲੋਸਿਟੀ ਹੋਵੇ ਤਾਂ ਕਨੈਟਿਕ ਐਨਰਜੀ ਦਾ ਫਾਰਮੂਲਾ ਹਾਫ mv² ਹੋ ਗਿਆ। ਮੋਮੈਂਟਮ ਕੀ ਹੈ, mv ਹੋ ਗਿਆ ਆਪਣੇ ਕੋਲੇ। ਠੀਕ ਹੈ, ਫਿਰ ਆਪਾਂ ਨੂੰ ਪਤਾ ਹੀ ਆ ਕਿ ਜੇਕਰ ਆਪਾਂ ਕਨੈਟਿਕ ਐਨਰਜੀ ਇਜ਼ ਇਕੁਅਲ ਟੂ ਹਾਫ mv², ਜੇ ਆਪਾਂ m ਨਾਲ ਮਲਟੀਪਲਾਈ ਕਰ ਦਈਏ ਅਤੇ m ਨਾਲ ਹੀ ਕੀ ਕਰ ਦਈਏ, ਡਿਵਾਈਡ ਕਰ ਦਈਏ, ਤਾਂ ਉੱਪਰ ਬਣ ਗਿਆ ਹਾਫ m² v² ਅਪੋਨ m। ਅਤੇ mv ਕੀ ਹੈ, ਮੋਮੈਂਟਮ, ਦੈਟ ਇਜ਼ p² ਅਪੋਨ m। ਤਾਂ ਇੱਧਰ ਕੀ ਹੈ, ਕਨੈਟਿਕ ਐਨਰਜੀ, ਦੈਟ ਇਹਨੂੰ k ਲਿਖ ਦਿੰਦੇ ਹਾਂ, ਕੈਪੀਟਲ K। ਇਹਨੂੰ ਇੱਧਰ ਗੁਣਾ ਕਰਤੀ ਤਾਂ 2m ਇਜ਼ ਇਕੁਅਲ ਟੂ k ਇਜ਼ ਇਕੁਅਲ ਟੂ p², ਦੈਟ ਇਜ਼ p ਇਜ਼ ਇਕੁਅਲ ਟੂ ਅੰਡਰੂਟ 2mk। ਠੀਕ ਹੈ, ਅਤੇ k ਦੀ ਵੈਲਿਊ ਆਪਾਂ ਜਦੋਂ ਕਨੈਟਿਕ ਐਨਰਜੀ ਆਫ ਪਾਰਟੀਕਲ ਜਿਹੜੀ ਹੈਗੀ ਹੈ ਉਹ ਭਰਦੀ ਹੈ ਵੈਲਿਊ 3/2 small kt। 2 ਨਾਲ 2 ਕੈਂਸਲ ਹੋ ਗਿਆ, ਦੈਟ ਇਜ਼ ਇਕੁਅਲ ਟੂ 3mkt। ਤਾਂ ਇਹ ਸਾਡੇ ਕੋਲ ਕੀ ਆ ਗਿਆ, ਮੋਮੈਂਟਮ ਦੀ ਵੈਲਿਊ ਆ ਗਈ। ਤਾਂ ਲੈਮਡਾ ਇਜ਼ ਇਕੁਅਲ ਟੂ ਕੀ ਸੀਗਾ, h ਅਪੋਨ p, ਦੈਟ ਇਜ਼ mv, ਅਤੇ ਬਣ ਗਿਆ h ਅਪੋਨ ਅੰਡਰੂਟ 3mkt।
ਤਾਂ ਹੁਣ ਡੀ ਬਰੋਗਲੀ ਵੇਵਲੈਂਥ ਦੀ ਟੈਂਪਰੇਚਰ ਦੇ ਨਾਲ ਕੀ ਆ ਗਈ, ਇਹ ਰਿਲੇਸ਼ਨ ਆ ਗਈ ਕਿ ਵੇਵਲੈਂਥ ਇਨਵਰਸਲੀ ਪ੍ਰੋਪੋਰਸ਼ਨਲ ਟੂ ਸਕੇਅਰ रूट ऑफ ਟੈਂਪਰੇਚਰ। ठीक है, डी ब्रोगली वेवलेंथ इज़ इनवर्सली प्रोपोर्शनल टू स्केयर रूट ऑफ टैंपरेचर। उम्मीद है तुहानूं ये गल जिहड़ी हैगी तक समझ आ गई होनी। हाँ जी, नैक्सट साडे कोल जो है वो है डी ब्रोगली वेवलेंथ ऑफ एन इलैक्ट्रॉन। एक इलैक्ट्रॉन की जिहड़ी वेवलेंथ है डी ब्रोगली वो कितनी होगी साडे कोले। हाँ जी, कंसीडर एन इलैक्ट्रॉन ऑफ मास m, चार्ज e, वेलोसिटी v acquired by the electron when accelerated फ्रॉम रैसट टू थ्रू ए पोटेंशियल डिफरेंस ऑफ v वोल्ट। मतलब कि साढ़े कोल एक इलैक्ट्रॉन है, वह मास m है, v वेलोसिटी नाल वो मूव कर रहा है। ठीक है, जदों वो एक पोटेंशियल डिफरेंस के रीजन चों लंघदा है रैसट तो, मतलब पोटेंशियल डिफरेंस लगाने नाल हुण आपां नूं पता ही है इलैक्ट्रॉन ते चार्ज जो पोटेंशियल डिफरेंस लगावांगे तो वह नैगेटिव तो पॉजिटिव वाले पासे नूं मूव करूगा। ठीक है, मान लो v वेलोसिटी नाल वो मूव करदा है। ठीक है, तो कनैटिक एनर्जी कितनी होगी इलैक्ट्रॉन की, हाफ mv स्केयर। हुण वर्क डन कितना हो गया अपने कोले, ये याद करो आप पहला भी पढ़िया होया ये। हुण कनैटिक एनर्जी जिहड़ी होगी इलैक्ट्रॉन की, कनैटिक एनर्जी इज इक्वल टू हाफ mv स्केयर। हुण वर्क डन का फार्मूला कित्थों कढ़िया, याद करो मैं तो पहले से v इज इक्वल टू आ एक फार्मूला पोटेंशियल डिफरेंस का फार्मूला है। ठीक है, अमाउंट ऑफ वर्क डन इन मूविंग ए यूनिट पॉजिटिव चार्ज फ्रॉम वन पॉइंट टू अनदर पॉइंट इन इलैक्ट्रोस्टैटिक फील्ड। तो इत्थे वर्क डन काहदे बराबर आ गया, v इंटू क्यू। क्यू की है, चार्ज ऑन इलैक्ट्रॉन, वो अपन की मन्ने ई, दैट इज़ EV। ठीक है, हुण आपां नूं पता है एनर्जी ते वर्क बराबर हुंदे ने, एनर्जी ते वर्क की हुंदे ने बराबर ने, ये हमेशा बराबर हुंदे ने। एनर्जी इज़ कन्वर्टेबल टू वर्क एंड वर्क इज़ कन्वर्टेबल टू एनर्जी। तो जिन्ना वर्क किया उन्नी ही एनर्जी किसी बॉडी को जमा होंदी है। तो इतों आपां काहदी वैल्यू कढ लांगे, दैट इज़ वेलोसिटी की। तो कितनी वैल्यू आ गई, 2 मल्टीप्लाई हो गया 2EV, m नीचे आ गया, द v का आ गया अनरूट। हुण आपां नूं पता है वेवलेंथ का फार्मूला की है जी, h/mv। v की वैल्यू पुट कर दो, m अनरूट 2EV/m। हुण देखो जो ये वाला m है वो अंदर आऊगा तो की होगा, हुण अनरूट तो जो चीज़ बाहर है वो अनरूट के अंदर आके स्केयर बन जूगी, क्योंकि स्केयर के विचों एक चीज़ बाहर जाती होंगी है। तो एक m नाल एक m कैंसल हो गया, तो की बच गया अपने को 2EVM। सो दिस इज़ द वेवलेंथ ऑफ इलैक्ट्रॉन, वेवलेंथ ऑफ इलैक्ट्रॉन। तो जे सारी चीज़ों की आप वैल्यू भर दी, क्योंकि सारी चीज़ां कॉन्सटेंट ने, एच भी कॉन्सटेंट है, ई भी, वी भी तो एम भी। ठीक है, वी चेंज कर सकते असीं अपने अकॉर्डिंग। तो एच की वैल्यू भर दो, ई की भर दो, एम की भर दो, तो आंसर आ जाता है 12.27 अनरूट V एंगस्ट्रॉम। तो इन्नी वेवलेंथ जिहड़ी हैगी आ वो इलैक्ट्रॉन की होंदी है, डिपेंडिंग अपॉन V कि पोटेंशियल अपने पोटेंशियल डिफरेंस कितना लगाया है। ठीक है, पोटेंशियल डिफरेंस के अकॉर्डिंग जी V की वैल्यू वो चेंज हो जाती है। हुण आगे साडे कोले लास्ट टॉपिक, एक्सपैरीमेंट डिमोनस्ट्रेशन ऑफ वेव नेचर ऑफ इलैक्ट्रॉन। एक एक्सपैरीमेंट इलैक्ट्रॉन की वेव नेचर नूं की करदा है, शो करदा। हुण इलैक्ट्रॉन तो तुहानूं पता एक पार्टिकल है, समझो मेरी गल नूं, इलैक्ट्रॉन एक पार्टिकल है। पार्टिकल किहनूं कहने आपां, जिहदा मास होवे। ठीक है, वेव किहड़ी चीज़ जिहदा मास नहीं हुंदा, ओनली रेडिएशन हुंदी है, एनर्जी हुंदी है। पार्टिकल जो चीज़ दा मास होवे। सो वेव नेचर ऑफ स्लो मूविंग इलैक्ट्रॉन हैज़ बीन एस्टैबलिश एक्सपैरीमेंटली बाय डेविसन एंड गैरमर इन 1927। ये दो बंदियां ने मिल के जिहड़ा हैगा साडे कोले इलैक्ट्रॉन की वेव नेचर नूं एस्टैबलिश किया, दिखाया है। ठीक है, किहड़े डेविसन ते गैरमर ने की दिखाया। तो अपरेटस जिहड़ा दिखा रखा है सानूं, कंसिस्ट ऑफ फिलामेंट F ऑफ टंगस्टन कोटेड विद ए बेरियम ऑक्साइड। एक फिलामेंट है टंगस्टन का बनया हुआ पर बेरियम ऑक्साइड की पर चढ़ी हुई है, विच ऑन हीटिंग विद करंट फ्रॉम लो टेंशन बैटरी अमिट लार्ज नंबर ऑफ इलैक्ट्रॉन। ये असीं बैटरी लगा के करंट पास करते हैं जिस इलैक्ट्रॉन निकलते हैं। सी इज़ ए होलो मैटैलिक सिलेंडर विद ए होल अलॉन्ग द एक्सिस। आ एक सिलेंडर के विच फिलामेंट पे है, ये सेंटर के विच एक होल है। इट सराउंड बाय द फिलामेंट एंड इज़ कैप्ट एट द नैगेटिव पोटेंशियल। ठीक है, तो इन्हें फिलामेंट के आसे पासे तो उपर इनू जोड़िया है बैटरी के नैगेटिव के नाल, सी नू बैटरी के नैगेटिव के नाल जोड़िया गया।
सो दैट द इलैक्ट्रॉन एमिटेड फ्रॉम द फिलामेंट मे बी कन्वर्जेंट बीम ऑफ इलैक्ट्रॉन। क्यों जोड़िया गया? क्योंकि इलैक्ट्रॉन जो निकलणगे वो ये रहणगे नहीं, वो बाहर निकलणगे हुण, क्योंकि नैगेटिव रिपैल करते हैं। ठीक है। इट एक्ट एज ए कैथोड, तो कैथोड का काम करता है। ए इज ए सिलेंडर विद होल अलॉन्ग द इट्स एक्सिस, तो ए भी एक होल सिलेंडर है, वो सेंटर भी होल है। इट इज़ कैप्ट एट पॉजिटिव पोटेंशियल, ये बैटरी के पॉजिटिव नाल जोड़िया होया, तो मतलब इलैक्ट्रॉन इत्थों निकलणगे तो ये वल जाणगे। ठीक है। विद रिस्पैक्ट टू कैथोड, इनू आपां एनोड कहांगे। सो दिस इज एनोड हो गया। ठीक है। द कैथोड एंड एनोड फ्रॉम द इलैक्ट्रॉन गन, तो ये दोनों मिलकर की बनाते हैं इलैक्ट्रॉन गन, मतलब एक इलैक्ट्रॉन छड्ड रहे हैं, एक रिसीव कर रहा है। बाय विच ए फाइन बीम ऑफ इलैक्ट्रॉन कैन बी ऑब्टेन्ड अंडर द डिफरेंट एक्सेलरेटिंग पोटेंशियल, तो अलग अलग पोटेंशियल असीं अप्लाई करके अलग अलग स्ट्रेंथ की आप बीम जी है आप पैदा कर सकते हैं। एन इज़ ए निकल क्रिस्टल कट अलॉन्ग द क्यूबिकल डायगोनल। डी इज़ एन इलैक्ट्रॉन डिटेक्टर, इट कैन बी रोटेटेड ऑन ए सर्कुलर स्केल एंड कनैक्टेड टू द सेंसिटिव गलमैनोमीटर विच रिकॉर्ड द करंट। हुण डायग्राम च की है साडे कोले, ठीक है, सामने की है एक एनिक क्रिस्टल है। ठीक है। तो आ सामने की है वो डिटेक्टर है। हुण जो बीम इत्थों निकलती है ये विच दी पास होंदी है। ठीक है। अगे जाती है। ठीक है। तो हुण इन्हें की इहनूं कैच नहीं किया, इन्हें दोनों पासे होल है, तो इन्हें इहनूं सिर्फ खिंचण का काम किया, एक्सलरेट काम करना किया, तो बीम का रूप देता। इत्थे जाके टकराईए इस नाल क्रिस्टल दे नाल, ते सामने एक डिटेक्टर है ये जो कि एक सर्कुलर स्केल पर घूम सकता है, मतलब किसी भी एंगल से इलैक्ट्रॉन आ रहे हैं उन्होंने डिटेक्ट करने वास्ते उन्होंने डिटेक्टर नूं घुमा सकते हैं। ठीक है। हाँ जी। वर्किंग हुण कम तो जो डिटेक्टर है इनू गलवैनोमीटर के नाल जोड़िया गया, क्योंकि जो डिटेक्टर के इलैक्ट्रॉन जाके स्ट्राइक करनगे तो सर्कल च मूव करनगे तो उत्थे करंट पैदा होगा। ए फाइन बीम ऑफ एक्सेलरेटेड इलैक्ट्रॉन ऑब्टेन फ्रॉम द इलैक्ट्रॉन गन मेड टू फाल नॉर्मली ऑन द सर्फेस ऑफ निकल क्रिस्टल। जो इलैक्ट्रॉन निकल रहे हैं सीधे जाके निकल क्रिस्टल पर पै रहे हैं। इंसीडेंट इलैक्ट्रॉन आर स्कैटर्ड इन द डिफरेंट डायरैक्शन, जो हम पै रहे हैं तो खिंड जो कोई चीज़ किसी ने टकराऊगी आप गेंद मारीए तो इधर उधर खिंडूगी, तो इलैक्ट्रॉन भी स्कैटर होंगे बाय इन द डिफरेंट डायरैक्शन बाय द एटम ऑफ द क्रिस्टल। इंटेंसिटी ऑफ द इलैक्ट्रॉन बीम स्कैटर इन द गिवन डायरैक्शन इज फाउंड बाय यूज ऑफ डिटेक्टर। तो किन्ने एंगल ते इलैक्ट्रॉन स्कैटर हो रहे हैं। ठीक है। किन्ने एंगल ते इलैक्ट्रॉन के स्कैटर होने की मात्रा किन्नी है, किस एंगल ते घट है या किस एंगल ते वध है, वो आप डिटेक्टर नाल पता कर लांगे भी किस डायरैक्शन ज़्यादा जा रहे हैं। बाय रोटेटिंग द इलैक्ट्रॉन डिटेक्टर इन सर्कुलर स्केल एट डिफरेंट पोजीशन। सो इंटेंसिटी ऑफ द स्कैटर्ड बीम इज मेजर्ड फॉर डिफरेंट वैल्यू ऑफ द स्कैटरिंग एंगल फाई एंड एंगल बिटवीन द इंसीडेंट एंड द स्कैटर्ड इलैक्ट्रॉन बीम। तो साने की किया है इंटेंसिटी ऑफ द स्कैटर्ड बीम, मतलब जो इलैक्ट्रॉन खिंड रहे हैं टकराने तो बाद खिंड रहे हैं। ठीक है। ਉਹਦੀ ਆਪਾਂ ਨੇ इंटेंसिटी मेजर की गई डिफरेंट वैल्यू ऑफ स्कैटरिंग एंगल, अलग अलग एंगल के उपर, अलग अलग स्कैटरिंग एंगल्स के उपर। देखो जी आ है जी फाई, ये फाई है, किन्ने एंगल ते वो की हो रहे हैं स्कैटर हो रहे हैं। ये अलग अलग एंगल ते अपने की कीती है मेजर की है। हुण आ वाला जिहड़ा एंगल है दैट इज़ थीटा, ये एंगल काहदे विचाले इंसीडेंट रे, तो जिहड़ा निकल क्रिस्टल है देखो ये जिहड़े डायगनल दे पैरल लाइनां वजियां होईयां ने, मतलब इहदा जिहड़ा ऐ कह लो आपां प्लेन है क्रिस्टल है, क्योंकि क्रिस्टल एक कटिंग प्लेन होंदे ने, तो आ प्लेन दे नाल एंगल जिहड़ी इंसीडेंट रे है ये निकल दे जिहड़ा प्लेन ऑफ एंगल है जिहड़ा रिफ्लैक्टड साइड जिहनूं आपां कह सकदे जो रिफ्लैक्ट कर रहे हैं ਉਹਦੇ ਨਾਲ कितना एंगल बना रहा है दैट इज़ थीटा। ठीक है जी। तो दो एंगल ने साढ़े को, एक जो इंसीडेंट लाइट बना रही है क्रिस्टल दे नाल, एक दूजा है जो स्कैटर लाइट बना रही है इंसीडेंट ते स्कैटरिंग दे विचाले, स्कैटर लाइट दे विचाले। द एंगल बिटवीन द इंसीडेंट एंड द स्कैटर्ड इलैक्ट्रॉन बीम, तो किहदे विचाले है फाई एंगल इंसीडेंट बीम ते स्कैटर्ड बीम। एक्सपैरीमेंट वाज परफॉर्मड बाय वेयरिंग द एक्सेलरेटिंग वोल्टेज, अलग अलग वोल्टेज असीं अप्लाई करके देखियां 44 तो लेके 68 वोल्ट तक। इट वाज नोटिस दैट एक्सेलरेटिंग वोल्टेज 54 जिहड़ी हैगी है वेरीएशन ऑफ इंटेंसिटी आई एंड द स्कैटरिंग एंगल फाई इज ऑफ द टाइप, इस तरह का साडे कोल 54 ते साडे कोल आ चीज़ आई है साडे कोल एंगल फाई ते आई दे विचाले जिहड़ा
आई फॉर इंटेंसिटी तो फाई जो स्कैटरिंग एंगल। तो 54 ते जी मैक्सीमम इंटेंसिटी आई है, देखो नोट करो, वैन एंगल 54 है काहदे विचाले इंसीडेंट रेडिएशन तो स्कैटर जी रेडिएशन है। तो इंटेंसिटी जी हैगी स्कैटरिंग की मैक्सीमम है, ठीक है। सो फ्रोम द ग्राफ इट इज नोटेड एक्सीलेटिंग वोल्टेज 54 वोल्टेज के उपर देयर इज शार्प पीक ऑफ इंटेंसिटी ऑफ द स्कैटरिंग इलैक्ट्रॉन फॉर स्कैटरिंग एंगल 50 डिग्री, सॉरी कि 54 डिग्री वोल्टेज के उपर तो 50 डिग्री एंगल के उपर, 54 डिग्री वोल्टेज के उपर 50 डिग्री एंगल के उपर इंटेंसिटी ऑफ स्कैटरिंग की है वो मैक्सीमम आई है। द अपीयरेंस ऑफ द पीक इन द पर्टिकुलर डायरेक्शन इज ड्यू टू द कंजिक्यूटिव इंटरफेरेंस ऑफ इलैक्ट्रॉन स्कैटर फ्रॉम द डिफरेंट लेयर्स ऑफ रेगुलरली स्पेस्ड एटम ऑफ द क्रिस्टल। हुण इत्थे की कह रहे शब्द वरते देखो ने कि ये पीक आना कि उत्थे इंटेंसिटी की हुंदी है, याद करो हुण इंटेंसिटी की हुंदी है अपने कोले आई इज इक्वल टू के ए स्केयर। तो जिन्नी ए की वैल्यू ज़्यादा होगी उन्नी इंटेंसिटी ज़्यादा होगी। हुण ए की हुंदा अपने कोले, ए हुंदी है आ वाली चीज़ मीन पोजीशन तो एक्सट्रीम पोजीशन तक की दूरी। तो इत्थे की शब्द वरते ने कि जी पीक आ रही है साडे कोल, किस चीज़ की पीक आ रही है, इंटेंसिटी की मैक्सीमम पीक, वध तो वध इंटेंसिटी आ रही है। तो उत्थे इंटेंसिटी वधन का कारण की हुंदा है, हुण फिर याद करो पिछला यूनिट इंटरफेरेंस, तो दो तरह की इंटरफेरेंस पढ़ी सी अपने, एक कंस्ट्रक्टिव तो एक डिस्ट्रक्टिव। तो डिस्ट्रक्टिव च की हुंदा है, वो क्रस्ट के उपर ट्रफ फॉल करती है, ट्रफ के क्रस्ट फॉल करती है, इंटेंसिटी घट जाती है, जो दोनों वेव सेम होण तो जीरो हो जाती है। तो कंस्ट्रक्टिव के विच की हुंदा है, क्रस्ट ते क्रस्ट फॉल करती है, ट्रफ ते ट्रफ फॉल करती है एक वेव की, तो मैगनीट जिहड़ा ए की वैल्यू है एंपलीट्यूड की वैल्यू इंक्रीज हो जाती है, उहदे नाल इंटेंसिटी इंक्रीज होती है। तो इत्थे इंटेंसिटी बढ़न का सीधा संबंध एंपलीट्यूड बढ़न नाल है। एंपलीट्यूड बढ़ूगा काहदे नाल, सिर्फ इक्को तरीके नाल एंपलीट्यूड बढ़ सकता है, वो हैगा कंस्ट्रक्टिव इंटरफेरेंस। इंटरफेरेंस किहदी हुंदी है, वो वेव की हुंदी है। हुण सारी कहानी का मतलब दोबारा फिर समझो, ठीक है। की देखिया कि 50 डिग्री फाई के उपर 54 वोल्ट पोटेंशियल डिफरेंस के उपर आई की वैल्यू मैक्सीमम आ रही है। तो किसी खास एंगल ते या खास वोल्टेज ते आई की वैल्यू मैक्सीमम आने का मतलब है कि उस जगह उस टाइम एंपलीट्यूड जो है सॉरी हाँ एंपलीट्यूड है मैक्सीमम हो गया। पर एंपलीट्यूड मैक्सीमम होने वास्ते की कंडीशन है कि उत्थे इंटरफेरेंस होगी, वो किहड़ी होगी, कंस्ट्रक्टिव होगी। इंटरफेरेंस हुंदी किहदी है, वो वेव्स की हुंदी है। तो आप की एक्सपेरीमेंट शो कर रहे थे, वेव नेचर ऑफ इलैक्ट्रॉन, ठीक है। तो आप शो करती कि इलैक्ट्रॉन की वेव नेचर है, क्योंकि इत्थे कंस्ट्रक्टिव इंटरफेरेंस हो रही है फ्रॉम द डिफरेंट लेयर्स ऑफ द रेगुलर स्पेस एटम। अलग अलग जड़ियाँ देखो जो अपने को क्रिस्टल दिखाया हुआ पिछे, देखो जी क्रिस्टल किस तरह दिखाया गया, इस तरह दिखाया गया। अलग अलग लेयर तो जड़ियाँ वेव्स जा रही ने टकरा के, तो उत्थों की हो रहा है, जो वेव्स इक्को डायरेक्शन जा रही हैं उन्होंने की हो रहा है, इंटरफेरेंस होगी, ठीक है। सो डिफ्रैक्शन ऑफ द इलैक्ट्रॉन टेक्स प्लेस द इस्टैबलिश द वेव नेचर ऑफ द इलैक्ट्रॉन। हुण फिगर जी 7.14 है, वी नोट दैट फॉर स्कैटरिंग एंगल 50 डिग्री एंगल ऑफ ग्लांसिंग, ग्लांसिंग मतलब की है एंगल बिटवीन द स्कैटर्ड बीम ऑफ इलैक्ट्रॉन विद द प्लेन ऑफ एटम ऑफ द क्रिस्टल। जिहड़ा आपां बनाया देखो इत्थे क्रिस्टल दे विच क्रिस्टल च की है इस तरह आ प्लेन है, इनू बोलिया है प्लेन ऑफ एटम्स, प्लेन ऑफ एटम ऑफ क्रिस्टल। इत्थे जदों आके टकरा रहे ने तो आ बीम जा रही है, ये इंसीडेंट बीम है, ये स्कैटर्ड बीम है। आ तो एंगल हो गया 5 डिग्री, तो जिहड़ा आ वाला एंगल पिछे बच गया, आ वाला दैट इज थीटा। हुण काहदे विचाले इंसीडेंट बीम ते जिहड़ा प्लेन ऑफ एटम्स। जे तुसीं इहनूं ध्यान नाल देखो, ये एंगल किन्ने दा बन रहा है, ये 90 का बन रहा है, ठीक है 90 नहीं सॉरी, ये आ एक नाल आ इधरला एंगल बच गया, इधरले पासे आ 3 एंगल बन रहे हैं, एक इत्थों तो इत्थे तक, एक इत्थों तो इत्थे तक, एक इत्थों तो इत्थे तक। ये भी की है थीटा है इधरले पासे, स्कैटरिंग लाइट दा प्लेन ऑफ क्रिस्टल
प्लेन ऑफ क्रिस्टल आ भी इंसीडेंट लाइट का प्लेन ऑफ क्रिस्टल। तो 3 एंगल बन रहे हैं, तिन्हों का जोड़ा जोड़ है वो 180 डिग्री है। ठीक है, तो थीटा की वैल्यू कितनी आ गई देखो, थीटा प्लस फाई प्लस थीटा इज इक्वल टू 180 डिग्री। तो 2 थीटा प्लस फाई इज इक्वल टू 180 डिग्री। थीटा इज इक्वल टू 180 माइनस फाई, पहले इधर गया, ये मूरे 2 है यानी कि बटा 2। ठीक है जी, फिर फाई की वैल्यू कितनी है 50 डिग्री भरती अपने 180 के विचों 50 घटाए 130 बटा 2 65। फॉर निकल क्रिस्टल इंटर एटॉमिक सैपरेशन एटमां दे विच वाली सैपरेशन कितनी है 0.91 एंगस्ट्रॉम होंदी है जी अकॉर्डिंग टू ब्रैग्स ला। एक ला दिता गया फॉर द फस्ट ऑर्डर ऑफ डिफ्रैक्शन मैक्सिमा, मैक्सिमा पहला मैक्सिमम फस्ट ऑर्डर ऑफ डिफ्रैक्शन मैक्सिमम एन इज इक्वल टू 1 वास्ते ये पढ़ चुके आप 2d साइन थीटा इज इक्वल टू ए एन लैमड़ा। ये अपन डिफ्रैक्शन वाला फार्मूला चक लिया 2d साइन थीटा इज इक्वल टू एन लैमड़ा। एन की वैल्यू कितनी है 1 है, 2 की वैल्यू भरती 2 है, डी की वैल्यू कितनी लिखी है उपर 0.91 एंगस्ट्रॉम। साइन थीटा थीटा कितना है 65 डिग्री। ये वैल्यूज पुट करने तो बाद साढ़े को आंसर की आ रहा है 1.65 एंगस्ट्रॉम। ठीक है, अकॉर्डिंग टू डी ब्रोगली हाइपोथेसिस वेव लेंथ ऑफ वेव, हुण एक तो साढ़े इत्थों वेव लेंथ कढ़ ली ये फार्मूला लगा के ब्रैग्स लगा के। ठीक है जी, एक आपां इत्थों कढ़ लेने लैंबड़ा तो, लैंबड़ा च की सीगा 12.27 बटा अंडरूट वी पोटेंशियल डिफरेंस। कितना पोटेंशियल डिफरेंस आप उपर लगाया हुआ गल कर रहे हैं 54 वोल्ट, वी की वैल्यू 54 भरती तो आंसर आ गया 1.66। हुण ये साडे कोले थ्योरेटिकल वैल्यू है, ये साडे कोले एक ये एक्सपैरीमेंटल वैल्यू है, ये साडे कोले थ्योरेटिकल वैल्यू है। ठीक है, ये एक्सपैरीमेंटली आपां जो पता किया है वो ये थ्योरेटिकल वैल्यू है। दिस इज शो दैट देयर इज ए क्लोज्ड एग्रीमेंट विद एस्टीमेटेड वैल्यू जो असी थ्योरेटिकल कड्डी है एस्टीमेटेड वैल्यू डी ब्रोगली वेवलेंथ ते एक्सपैरीमेंटल जिहड़ा कीता सीगा डिवीजन एंड ग्रामर ने। सो दिस प्रूव द एग्जिस्टेंस ऑफ डी ब्रोगली वेव। तो यह मतलब इलैक्ट्रॉन के नाल डी ब्रोगली वेव जुड़ी हुंदी है, भाव जो इलैक्ट्रॉन चलता है तो उहदे नाल एक वेव एसोशिएट हुंदी है। हुण इलैक्ट्रॉन जिहड़ा एक वैरी 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 समॉल पार्टिकल है तो उहदा रस्ता खुद का की बन जाता है। हुण याद करो तुहाडे कोल एक वेव ट्रेन दिखाई तुहाडे कोल केमिस्ट्री च हैगी है कि एक्चुअल जो पार्टिकल मूव करता है तो इस तरह, जो इलैक्ट्रॉन मूव करता है तो इस तरह मूव करता है। गोल रस्ते की गल हो रही है, जो गोल रस्ते च मूव करे। हुण इत्थे 2 एंड मिल भी सकते हैं नहीं भी मिल सकते। ठीक है, डिपेंडिंग अपॉन द वेव लेंथ। हुण जे वैसे इहदा रस्ता बनावांगे तो की बनूगा, वो इस तरह बनूगा, इहदा मीन पाथ ठीक है, ये डायग्राम तुहाडे कोल केमिस्ट्री च है। सो द वेव नेचर ऑफ द फास्ट मूविंग इलैक्ट्रॉन वाज एस्टैबलिश्ड बाय ये स्लो मूविंग का वास्ते फास्ट वास्ते GP थॉमसन ने एक्सपैरीमेंट किया। तो नोट दैट डी ब्रोगली हाइपोथेसिस गिव ए वे ऑफ डिवेलपमेंट ऑफ क्वांटम मकैनिक्स बाय विच मैनी कंप्लीकेटेड प्रॉब्लम फेस्ड बाय द क्लासिकल मकैनिक्स वर सॉल्वड। तो क्वांटम मकैनिक्स एक फिजिक्स की ही ब्रांच है जो कि एडवांस ब्रांच है, जिन्होंने मॉडर्न ब्रांच कह सकते हैं। क्लासिकल मकैनिक्स जी है पुरानी ब्रांच है जिहदे पुरानी थ्योरीज के अकॉर्डिंग काम करती है। तो क्वांटम मकैनिक्स ने बहुत सारी यह प्रॉब्लम जो पहला सॉल्व नहीं की जा सकियां फिजिक्स राही उन्होंने सॉल्व करता, इसनूं मन के कि पार्ट लाइट है या कोई भी मटीरियल पार्टिकल ना वेव एसोशिएट होंदी है। इट हैज़ एन आल्सो लीड टू द फील्ड ऑफ इलैक्ट्रॉन ऑप्टिक्स विच हैल्प इन प्रिपेयरिंग द इलैक्ट्रॉन माइक्रोस्कोप। तो इलैक्ट्रॉन माइक्रोस्कोप इस चीज़ दे उपर आधारित है। ठीक है, विद हायर रेजोल्यूशन एज कंपेयर टू ऑप्टिकल माइक्रोस्कोप जो कि ऑप्टिकल जो रोशनी के माइक्रोस्कोप चलती है ਉਹਦੇ अकॉर्डिंग। तो इलैक्ट्रॉन माइक्रोस्कोप की मैग्नीफिकेशन 5 ਲੱਖ गुणा होंगी है, मतलब एक छोटी चीज़ के साइज में 5 ਲੱਖ गुणा ਵੱਡਾ करके दिखा सकता है। लास्ट टॉपिक प्रोबेबिलिटी इंटरप्रटेशन ऑफ मैटर वेव, मतलब कंसैप्ट ऑफ मैटर वेव एसोसिएटेड विद मूविंग ए मटीरियल पार्टिकल विद अकाउंटेड फॉर बाय द क्वांटम मकैनिक्स। जिहड़ा मैटर वेव का जिहड़ा वेव है जी वो एसोसिएटेड होंदी है एक मटीरियल पार्टिकल के नाल। ठीक है, जो मटीरियल पार्टिकल मूव करता है तो इस एक कादे करके इसका कारण की है, जां इहनूं किहने एक्सप्लेन किया, क्वांटम मकैनिक्स के अकॉर्डिंग ये हुंदा है।
विच इनवॉल्व्स प्रोबेबिलिटी ऑफ इंटरप्रटेशन ऑफ मैटर वेव्स, जो कि सानू एक नवी चीज़ दसदा प्रोबेबिलिटी इंटरप्रटेशन ऑफ मैटर वेव। ये की चीज़ है? इन दिस डायरेक्शन मैक्स बॉर्न पोजेस्ड प्रोबेबिलिटी इंटरप्रटेशन टू द मैटर वेव एम्पलीट्यूड, स्टेटिंग दैट इंटेंसिटी स्केयर ऑफ द एम्पलीट्यूड ऑफ द मैटर वेव एट ए पॉइंट डिटरमिन द प्रोबेबिलिटी डेंसिटी ऑफ द पार्टिकल एट दैट पॉइंट। मतलब हुणे मैं तुहानूं कह कि वेव नेचर च असीं लोकेशन नहीं दस सकते एग्जैक्ट कि पार्टिकल कित्थे है, पार्टिकल दे होण दे चांस कित्थे, ठीक है। तो साडे कोल एक प्रोबेबिलिटी बनती है कि पार्टिकल इत्थे हो सकता है, जिन्होंने आप याद करो थोड़ी केमिस्ट्री ऑर्बिटल कंसैप्ट जिन्होंने आप बोलते हैं ऑर्बिटल, ठीक है। जिहड़ा तां बोहर सी उहदा की कहंदा सी कि पार्टिकल है जिहड़ा जो इलैक्ट्रॉन है वो इस तरह घुमदा है गोल रस्ते दे विच। बाद दे विच पर ऑर्बिटल का कंसैप्ट आया कि पार्टिकल जिहड़ा हैगा वो इस तरह नहीं घुमदा भी हर एक थां ते इस तरीके नाल घुमदा है। तो उहदे वास्ते अपने कोल कई तरह के ऑर्बिटल, फिर आप एस ऑर्बिटल, पी ऑर्बिटल, उहदी शेप किस तरह की है, डी ऑर्बिटल उहदी शेप किस तरह की है। तो प्रोबेबिलिटी डेंसिटी की गल करते हैं कि प्रोबेबिलिटी डेंसिटी मीनस प्रोबेबिलिटी पर यूनिट वॉल्यूम, कि एक वॉल्यूम च इलैक्ट्रॉन दे या मैटर पार्टिकल होने के चांस किन्ने ने। इफ एट ए पॉइंट एम्पलीट्यूड द वेव इज़ ए, किसी पॉइंट के उपर कहना एम्पलीट्यूड वेव का ए है, प्रोबेबिलिटी कितनी होगी उत्थे स्मॉल वॉल्यूम च इज़ ए स्केयर डेल्टा वी। तो वो मिलन के चांस किन्ने ने, ए स्केयर जिन्नी दी इंटेंसिटी द एम्पलीट्यूड द स्केयर इंटू डेल्टा वी उस वॉल्यूम दे विच। इट मीनस दैट इफ द इंटेंसिटी ऑफ मैटर वेव इज़ लार्ज इन अ सर्टन रीजन, जिथे इंटेंसिटी ज़्यादा है, देयर इज़ ए ग्रेटर प्रोबेबिलिटी ऑफ द पार्टिकल बीइंग फाउंड देयर। तो उत्थे इलैक्ट्रॉन के मिलन के चांस किने ज़्यादा ने एज कंपेयर टू द वेयर द इंटेंसिटी इज़ लैस, जिथे इंटेंसिटी घट है उहदे मुकाबले, ठीक है। तो की कह रहे हैं, सिर्फ ये सानू दस रहे कि प्रोबेबिलिटी ऑफ फाइंडिंग द पार्टिकल इन ए रीजन, कि किसी थां दे उपर इलैक्ट्रॉन के पार्टिकल के होने के चांस किन्ने ने, दैट इज़ गिवन बाय द प्रोबेबिलिटी इंटरप्रटेशन ऑफ द पार्टिकल। तो जिथे इंटेंसिटी वध है उत्थे उहदे चांस ज़्यादा ने, जिथे इंटेंसिटी घट है उत्थे चांस किने घट ने। सो उम्मीद है तुहानू अज दा जिहड़ा लैक्चर है समझ आ गया होगा। इहदे नाल साडी जिहड़ी यूनिट नंबर 7 है वो खत्म हो चुकी है। अपने को 2 यूनिट बच रह गए ने, एक 8th ते एक 9th, ठीक है। तो इस तो बाद आप नैक्सट यूनिट स्टार्ट करांगे। तो वीडियो दे नूं समझण वास्ते कोई कंसैप्ट नहीं पता लग्या तो बार बार देखो, फिर भी नहीं पता लगता तो मैनूं पुछो। थैंक यू।